जी हाँ, अकाल ट्रक एंड ट्रेलर सेंटर विनीपेग कैनेडा ਜਿਹੜੇ हर तरह ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ हैं, DOT ਸੇਫਟੀ ਇੰਸਪੈਕਸ਼ਨਸ ਕਰਦੇ हैं। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, हर एक काम बड़ी तसल्ली नाल करते हैं जी। ये MPI अप्रूव्ड ने और हाँ ये सीजनल सर्विसेज भी प्रोवाइड करते हैं। 24 घंटे 7 दिन की सर्विसेज लई ते वधेरे जानकारी लई कॉल करो 204 459 2000 या फिर कॉल करो 204 777 0460। ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 डेज, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556 600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰਾ ਨਾਮ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਇਸ ਵਕਤ ਜੁੜ ਗਏ ਨੇ। ਢਿੱਲੋਂ ਸਾਹਿਬ, ਪੰਜਾਬ ਦੀ ਸਭ ਤੋਂ ਚਰਚਿਤ ਖਬਰ, 3 ਮਹੀਨੇ ਦੇ ਵਿੱਚ ਲਗਾਤਾਰ 3 DGP ਬਦਲ ਦਿੱਤੇ ਗਏ ਨੇ। ਅੱਧੀ ਰਾਤ ਨੂੰ ਵੀ ਅਦਾਲਤਾਂ ਤਾਂ ਖੁੱਲ੍ਹਦੀਆਂ ਦੇਖੀਆਂ ਸੀ, ਹੁਣ ਸਰਕਾਰਾਂ ਵੀ ਅੱਧੀ ਰਾਤ ਨੂੰ ਤਬਾਦਲੇ ਕਰਨ ਲੱਗ ਪਈਆਂ ਨੇ। ਚੰਡੀਗੜ੍ਹ ਤੋਂ ਸਾਡੇ ਇੱਕ ਸੱਜਣ ਹੈ ਜੀ, ਬੜੇ ਸੀਨੀਅਰ ਪੱਤਰਕਾਰ ਹੈ, ਕਦੇ ਕਦੇ ਆਪਣੇ ਨਾਲ ਰੇਡੀਓ 'ਤੇ ਵੀ ਆ ਜਾਂਦੀ ਹੁੰਦੀ ਹੈ ਜੀ, ਦਵਿੰਦਰਪਾਲ। ਹਾਂਜੀ, ਦਵਿੰਦਰਪਾਲ ਹੋਰਾਂ ਦਾ ਅੱਜ ਤੜਕੇ ਮੈਂ ਇੱਕ ਸੰਦੇਸ਼ ਪੜ੍ਹਿਆ। ਉਹ ਕਹਿੰਦੇ ਵੀ ਘਰ ਘਰ ਚੱਲੀ ਇੱਕੋ ਹੀ ਗੱਲ, ਰਾਤ ਨੂੰ ਹੁੰਦੇ ਮਸਲੇ ਹੱਲ। ਮਸਲੇ ਜਿਹੜੇ ਰਾਤ ਨੂੰ ਹੁੰਦੇ ਹੈ, ਹੁਣ ਆਪਾਂ ਨੂੰ ਇਸ ਗੱਲ ਦਾ ਪਤਾ ਹੈ ਜੀ ਕਿ ਜਿਹੜੇ ਮਿਸਟਰ ਦਿਨਕਰ ਗੁਪਤਾ ਸੀ, ਦਿਨਕਰ ਗੁਪਤਾ ਨੂੰ DGP ਵਾਸਤੇ ਚੁਣਿਆ ਸੀ ਕੈਪਟਨ ਅਮਰਿੰਦਰ ਸਿੰਘ ਨੇ ਜੀ। ਉਹ DGP ਲੱਗ ਗਏ ਸੀ ਜੀ। ਉਹਨਾਂ ਦੀ ਜਿਹੜੀ ਨਿਯੁਕਤੀ ਹੈ ਉਹਨੂੰ ਚੁਣੌਤੀ ਦਿੱਤੀ, ਤੇ 2 ਬੰਦਿਆਂ ਨੇ ਚੁਣੌਤੀ ਦਿੱਤੀ ਸੀ। ਇੱਕ ਸੀ ਮੁਹੰਮਦ ਮੁਸਤਫਾ ਜੀ ਤੇ ਦੂਜੇ ਸੀ ਸਿਧਾਰਥ ਚਟੋਪਾਧਿਆਏ। ਇਹ ਮਾਮਲਾ ਸੁਪਰੀਮ ਕੋਰਟ ਤੱਕ ਗਿਆ ਤੇ ਸੁਪਰੀਮ ਕੋਰਟ ਨੇ ਕਹਿਤਾ ਕਿ UPSC ਨੇ ਜੋ ਕੁਛ ਕੀਤਾ ਉਹ ਠੀਕ ਕੀਤਾ। ਉਹਨਾਂ ਦੀ ਚੋਣ ਦਾ ਢੰਗ ਤਰੀਕਾ ਠੀਕ ਸੀ, ਇਸ ਲਈ ਤੁਹਾਡੀਆਂ ਦਰਖਾਸਤਾਂ ਰੱਦ ਕਰ ਦਿੱਤੀਆਂ ਜਾਂਦੀਆਂ।
ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਤਾ ਤੇ ਚੀਫ ਮਿਨਿਸਟਰ ਬਣ ਗਏ ਚਰਨਜੀਤ ਸਿੰਘ ਚੰਨੀ ਜੀ। ਚੰਨੀ ਹੋਰਾਂ ਤੇ ਪ੍ਰੈਸ਼ਰ ਸੀ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਕਿ ਐਸ ਚਟੋਪਾਧਿਆਏ ਨੂੰ ਲਾ ਦਿੱਤਾ ਜਾਵੇ ਜੀ, ਪੰਜਾਬ ਦਾ ਡੀਜੀਪੀ ਤੇ ਐਡਵੋਕੇਟ ਲਾ ਦਿੱਤਾ ਜਾਵੇ, ਐਡਵੋਕੇਟ ਜਨਰਲ ਲਾ ਦਿੱਤਾ ਜਾਵੇ ਡੀਐਸ ਪਟਵਾਲੀਆ ਨੂੰ ਜੀ। ਹਰ ਬੰਦਾ ਜਦੋਂ ਚੀਫ ਮਿਨਿਸਟਰ ਨਹੀਂ ਬਣਿਆ ਹੁੰਦਾ ਉਦੋਂ ਹਰੇਕ ਬੰਦੇ ਨੂੰ ਕਹਿੰਦਾ ਜੀ ਜਿਵੇਂ ਕਹੋਗੇ ਉਵੇਂ ਹੀ ਕਰ ਦਿਆਂਗੇ। ਲੇਕਿਨ ਜਦੋਂ ਤੁਸੀਂ ਕੁਰਸੀ ਤੇ ਬੈਠ ਜਾਂਦੇ ਤੇ ਕੁਰਸੀ ਤੇ ਬੈਠ ਕੇ ਫਿਰ ਵੇਖਣਾ ਪੈਂਦਾ ਕਿ ਇਹ ਜੇ ਆਪਾਂ ਆਹ ਕਰ ਲੈ ਤੇ ਨਤੀਜੇ ਆਹ ਹੋ ਸਕਦੇ ਤੇ ਆਹ ਕਰ ਲੈ ਤਾਂ ਆਹ ਹੋ ਸਕਦੇ। ਨਵਜੋਤ ਸਿੰਘ ਸਿੱਧੂ ਦਾ ਇੱਕੋ ਹੀ ਨਿਸ਼ਾਨਾ ਹੈ ਬਿਕਰਮ ਸਿੰਘ ਮਜੀਠੀਆ ਤੇ ਬਾਦਲ ਪਰਿਵਾਰ ਜੀ, ਕਿ ਇਹਨਾਂ ਨੂੰ ਟੰਗਣਾ ਕਿਸੇ ਵੀ ਰੂਪ ਦੇ ਵਿੱਚ ਟੰਗਿਆ ਜਾਵੇ। ਤੇ ਇਹ ਨਵਜੋਤ ਸਿੰਘ ਸਿੱਧੂ ਨੂੰ ਸ਼ਾਇਦ ਭੁਲੇਖਾ ਹੈ ਜਾਂ ਉਹਨੂੰ ਯਕੀਨ ਹੈ ਕਿ ਹੋਰ ਕੋਈ ਵੀ ਇਹ ਕੰਮ ਨਹੀਂ ਕਰ ਸਕਦਾ, ਇਹ ਐਸ ਚਟੋਪਾਧਿਆਏ ਕਰ ਸਕਦਾ। ਪਰ ਜਿੱਥੋਂ ਤੱਕ ਤਜਰਬੇ ਨੂੰ ਆਪਾਂ ਦੇਖੀਏ ਕਿ ਜੇ ਖੱਬੀ ਖਾਨ ਬੰਦੇ ਹੁੰਦੇ ਆ ਜਿਹੜੇ ਕਹਿੰਦੇ ਹੁੰਦੇ ਆ ਕਿ ਮੈਂ ਤਾਰੇ ਤੋੜ ਲਿਆਉਂ ਜੀ ਜੀ, ਤੇ ਜਦੋਂ ਕੁਰਸੀ ਤੇ ਬੈਠ ਜਾਂਦੇ ਤਾਰੇ ਤੋੜਨੇ ਮੁਸ਼ਕਲ ਹੋ ਜਾਂਦੇ। ਤੇ ਆਪਾਂ ਨੂੰ ਇਸ ਗੱਲ ਦਾ ਪਤਾ ਕਿ ਤਾਰੇ ਤੋੜਨ ਵਾਲਿਆਂ ਦੇ ਵਿੱਚ ਇੱਕ ਐਸਕੇ ਅਸਥਾਨਾ ਵੀ ਸੀ। ਬਿਲਕੁਲ, ਐਸਕੇ ਅਸਥਾਨਾ ਮੇਰਾ ਖਿਆਲ ਹੈ ਵੀ ਚਟੋਪਾਧਿਆਏ ਸਾਹਿਬ ਤਾਂ ਉਹਨੇ ਪੀੜਤ ਨਹੀਂ ਬਾਦਲ ਪਰਿਵਾਰ ਤੋਂ ਜਿੰਨੇ ਅਸਥਾਨਾ ਸਾਹਿਬ ਸੀ। ਅਸਥਾਨਾ ਸਾਹਿਬ ਦੇ ਕੋਲੇ ਕਹਿੰਦੇ 30 ਜਿਹੜੇ ਪੁਲਿਸ ਕਰਮਚਾਰੀ ਆ ਉਹ ਕੰਮ ਕਰਦੇ ਸੀ। ਉਹਨਾਂ ਪੁਲਿਸ ਕਰਮਚਾਰੀਆਂ ਨੂੰ ਉਹਨਾਂ ਨੇ ਨੌਕਰਾਂ ਦੀ ਤਰ੍ਹਾਂ ਇਸਤੇਮਾਲ ਕੀਤਾ ਸੀ ਜੀ। ਤੇ ਮਾਮਲਾ ਉਹ ਚਲਾ ਗਿਆ ਸੀ ਹਾਈ ਕੋਰਟ 'ਚ। ਹਾਈ ਕੋਰਟ ਨੇ ਇੱਕ ਇਨਕੁਆਇਰੀ ਆਰਡਰ ਕਰਤੀ ਸੀ PIL ਦੇ ਜ਼ਰੀਏ ਜੀ, ਔਰ ਉਹ ਇਨਕੁਆਇਰੀ ਕੀਤੀ ਸੀ ਦਿਨਕਰ ਗੁਪਤੇ ਨੇ। ਸੁਮੇਧ ਸਿੰਘ ਸੈਣੀ ਹੁੰਦਾ ਸੀ DGP, ਗ੍ਰਹਿ ਮੰਤਰੀ ਹੁੰਦੇ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਤੇ ਮੁੱਖ ਮੰਤਰੀ ਉਹਨਾਂ ਦੇ ਪਿਤਾ ਸ਼੍ਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਤੇ ਫਿਰ ਹੋਇਆ ਕੀ ਸੀ ਜੀ? ਹੋਇਆ ਸੀ ਕਿ ਮਿਸਟਰ ਅਸਥਾਨਾ ਜਿਹੜੇ ਸੀ IG ਉਹਨਾਂ ਨੂੰ ਸਸਪੈਂਡ ਕਰਤਾ ਸੀ ਜੀ। ਸਸਪੈਂਡ ਕੀਤਾ ਸੀ ਬਾਦਲਾਂ ਨੇ ਤੇ ਬਾਦਲਾਂ ਤੋਂ ਬਦਲਾ ਲੈਣ ਦਾ ਮੌਕਾ ਸੀ। ਮੌਜੂਦਾ ਸਰਕਾਰ ਨੇ ਫਿਰ ਪਹਿਲਾਂ ਤਾਂ ਆਪਾਂ ਨੂੰ ਪਤਾ ਹੈ ਕਿ ਜਦੋਂ ਇਕਬਾਲ ਪ੍ਰੀਤ ਸਿੰਘ ਸਹੋਤਾ DGP ADGP ਹੁੰਦੇ ਸੀ ਉਦੋਂ ਇਹਨਾਂ ਨੂੰ ਲਾਇਆ ਹੋਇਆ ਸੀ ਲਾ ਐਂਡ ਆਰਡਰ DGP ਨਾ ਲਾ ਐਂਡ ਆਰਡਰ ਨਹੀਂ, ਮੇਰਾ ਖਿਆਲ ਕ੍ਰਾਈਮ ਵਾਲਾ ਸੀ ਜੀ, ਕ੍ਰਾਈਮ ਵਾਲਾ ਬਿਊਰੋ ਆਫ ਇਨਵੈਸਟੀਗੇਸ਼ਨ। ਤੇ ਇਹਨਾਂ ਨੂੰ ਹੀ ਦਿੱਤੀ ਹੋਈ ਸੀਗੀ ਉਹ ਜਾਂਚ SIT ਵਾਲੀ ਬੇਅਦਬੀ ਵਾਲੀ। ਉਹ ਜਾਂਚ ਜਦੋਂ ਇਹਨਾਂ ਨੇ ਕੀਤੀ ਸੀ ਤੇ ਇਹਨਾਂ ਨੇ 2 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਸੀ। ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ 2 ਭਰਾ ਸੀ ਪੰਜਗਰਾਈ ਕਲਾਂ ਦੇ। ਤੇ ਇਹਨਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਇਹ ਲਗਭਗ ਡਿਕਲੇਅਰ ਕਰਤਾ ਸੀ ਕਿ ਇਹ ਬੇਅਦਬੀ ਦੇ ਮਸਲੇ ਹੱਲ ਹੋ ਚੁੱਕੇ ਹੈ ਜੀ। ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਦੋਨੋਂ ਜਾਣੇ ਸਿੱਖ ਜਥੇਬੰਦੀਆਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਜਿਹੜਾ ਸੰਘਰਸ਼ ਹੁੰਦਾ ਸੀ, ਉਸ ਸੰਘਰਸ਼ ਦੇ ਵਿੱਚ ਜੋਟੀਦਾਰ ਸੀ। ਸੰਘਰਸ਼ ਦੇ ਵਿੱਚ ਉਹ ਮੂਹਰੇ ਹੋ ਕੇ ਲੜਦੇ ਸੀ ਤੇ ਉਹਨਾਂ ਦੋਨਾਂ ਨੂੰ ਫੜ ਲੈਂਦਾ, ਫੜ ਕੇ ਲਿਆ ਕੇ ਚੰਡੀਗੜ੍ਹ, ਤੁਹਾਡੇ ਯਾਦ ਹੋਣੀ ਆ ਉਦੋਂ ਪ੍ਰੈਸ ਕਾਨਫਰੰਸ ਕੀਤੀ ਸੀ। ਬਿਲਕੁਲ, ਕਹਿੰਦੇ ਸੀ ਮੈਂ ਚੱਲਿਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਤੇ ਇਹ ਸਹੋਤਾ ਸਾਹਿਬ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ। ਉਦੋਂ ਸੁਖਬੀਰ ਸਿੰਘ ਬਾਦਲ ਨੇ ਗੱਲ ਕੀਤੀ ਸੀ ਤੇ ਸਹੋਤਾ ਸਾਹਿਬ ਨੇ ਵੀ ਕਿਹਾ ਸੀ ਕਿ ਕੜੀਆਂ ਵਿਦੇਸ਼ ਨਾਲ ਜੁੜਦੀਆਂ। ਇਹ ਕਨਸਪੀਰੇਸੀ ਡੇਰਾ ਸੱਚਾ ਸੌਦਾ ਦੀ ਨਹੀਂ, ਇਹ ਵਿਦੇਸ਼ ਵਾਲੀ ਹੈ। ਲੇਕਿਨ ਬਾਅਦ ਦੇ ਵਿੱਚ ਜਦੋਂ ਰਣਜੀਤ ਸਿੰਘ ਕਮਿਸ਼ਨ ਬਣੇ ਤੇ ਰਣਜੀਤ ਸਿੰਘ ਕਮਿਸ਼ਨ ਨੇ ਗੱਲ ਸਾਬਤ ਕਰ ਦਿੱਤੀ ਸੀ ਕਿ ਕੜੀਆਂ ਇੱਥੇ ਹੀ ਆ, ਕਿਤੇ ਬਾਹਰ ਨਹੀਂ। ਉਹ ਤੋਂ ਪਹਿਲਾਂ ਤੁਹਾਡੇ ਯਾਦ ਹੋਊਗਾ ਇੱਥੇ ਬਠਿੰਡੇ ਦੇ ਵਿੱਚ ਹੀ ਪ੍ਰੈਸ ਕਾਨਫਰੰਸ ਕੀਤੀ ਸੀ ਸਿੱਖ ਜਥੇਬੰਦੀਆਂ ਨੇ। ਤੇ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਲੋਕਾਂ ਨੂੰ ਪੁਆਇੰਟ ਆਊਟ ਕੀਤਾ ਸੀ, ਜਿਨ੍ਹਾਂ ਵੱਲ ਉਂਗਲ ਕੀਤੀ ਸੀ ਕਿ ਆਹ ਬੰਦੇ ਦੋਸ਼ੀ ਹੋ ਸਕਦੇ ਆ, ਉਹਨਾਂ ਬੰਦਿਆਂ ਨੂੰ ਬਾਅਦ ਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਮਗਰੋਂ ਬੜੀ ਸੀ ਉਹਨੇ ਉਹਨਾਂ ਨੂੰ ਨਾਮਜ਼ਦ ਕੀਤਾ ਹੈ ਜੀ। ਹੁਣ ਉਸੇ ਆਧਾਰ ਦੇ ਉੱਤੇ ਗੱਲ ਗਾਂ ਤੁਰਦਿਆਂ ਕਿੱਥੋਂ ਤੱਕ ਤੁਰ ਗਈ ਹੈ? ਡੇਰਾ ਮੁਖੀ ਤੱਕ। ਡੇਰਾ ਮੁਖੀ ਨੂੰ ਵੀ ਨਾਮਜ਼ਦ ਕਰਤਾ ਔਰ ਡੇਰਾ ਮੁਖੀ ਤੋਂ 2 ਵਾਰੀ ਸੁਨਾਰੀਆ ਜੇਲ੍ਹ ਦੇ ਵਿੱਚ ਜਾ ਕੇ ਪੁੱਛ ਪੜਤਾਲ ਵੀ ਕੀਤੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ। ਉਹ ਹਰ ਵਾਰੀ ਜਿਹੜੀ ਹੈਗੀ ਆ ਮੁੱਦਾ ਖਤਮ ਕਰਨ ਵਾਸਤੇ ਕਹਿੰਦਾ ਜੀ ਮੈਂ ਤਾਂ ਇੱਕ ਪ੍ਰਚਾਰਕ ਹਾਂ, ਮੈਂ ਤਾਂ ਇਕੱਲੀ ਕਥਾ ਕੀਰਤਨ ਕਰਦਾ, ਬਾਕੀ ਕੰਮ ਤਾਂ ਡੇਰੇ ਦੇ ਪ੍ਰਬੰਧਕਾਂ ਨੂੰ ਪਤਾ ਕਰਦੇ ਨੇ। ਪ੍ਰਬੰਧਕਾਂ ਦੀ ਪੁੱਛਗਿੱਛ ਦੇ ਵਿੱਚ ਵੀ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਦੀ ਪੁੱਛਗਿੱਛ ਕੀਤੀ ਜਾਵੇ। ਜਿਹੜੀ ਵਿਪਾਸਨਾ ਹੈ ਉਹ ਤਾਂ ਕਹਿੰਦੇ ਜੀ ਬਿਮਾਰ ਆ, ਪੇਸ਼ ਨਹੀਂ ਹੋਈ। ਲੇਕਿਨ ਜਿਹੜਾ PR ਨੈਣ ਹੈ ਉਹਨੂੰ ਜਾ ਕੇ ਵੀ ਪੁੱਛਗਿੱਛ ਕੀਤੀ ਸੀ ਤੇ PR ਨੈਣ ਨੇ ਕੁਝ ਜਿਹੜੇ ਸਵਾਲ ਸੀ ਉਹਨਾਂ ਦੇ ਜਵਾਬ ਲਿਖਤੀ ਤੌਰ ਤੇ ਦਿੱਤੇ ਸੀ, ਉਹ ਵੀ ਲੈਣ ਤੋਂ ਬਾਅਦ ਤੇ ਹੁਣ ਉਹ ਰਿਪੋਰਟ ਜਿਹੜੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਹਾਈ ਕੋਰਟ 'ਚ ਪੇਸ਼ ਕਰਤੀ। ਤੇ ਮੇਰਾ ਖਿਆਲ ਹੈ ਵੀ ਉਹ ਰਿਪੋਰਟ ਪੇਸ਼ ਕਰਕੇ ਉਸ ਸਰਕਾਰ ਅਦਾਲਤ ਤੋਂ ਇਹ ਹੁਕਮ ਮੰਨਦੇ ਆ ਕਿ ਅਗਲਾ ਹੁਕਮ ਦਿੱਤਾ ਜਾਵੇ, ਕੀ ਕੀਤਾ ਜਾਵੇ, ਕਿ ਵਿਪਾਸਨਾ ਨੂੰ ਗ੍ਰਿਫਤਾਰ ਕੀਤਾ ਜਾਵੇ ਜਾਂ ਕਸਟੋਡੀਅਲ ਇੰਟਰੋਗੇਸ਼ਨ ਡੇਰਾ ਮੁਖੀ ਦੀ ਹੋਵੇ। ਇਹ ਉਸ ਪਾਸੇ ਨੂੰ ਗੱਲ ਚੱਲ ਪਈ। ਸੋ ਜਿਹੜੀ ਆਪਾਂ ਗੱਲ ਕਰਦੇ ਸੀ ਕਿ ਕਿੱਥੋਂ ਗੱਲ ਤੁਰਦੀ ਹੈ ਤੇ ਗੱਲ ਕਿੱਧਰ ਨੂੰ ਆ ਜਾਂਦੀ ਹੈ, ਉਹ ਅਸਥਾਨਾ ਨਹੀਂ ਜੇ ਖੜਾ ਤੇ ਹੁਣ ਆਪਣੇ ਅਸਥਾਨਾ ਤੋਂ ਬਾਅਦ ਫਿਰ ਆ ਗਈ ਸੀ ਗੱਲ ਜੀ ਮਿਸਟਰ ਗੌਤਮ ਚੀਮਾ ਨੂੰ ਆਪਾਂ ਲਾ ਦਈਏ।
ਤੇ ਗੌਤਮ ਚੀਮਾ ਦੇ ਬਾਰੇ ਤਾਂ ਕਹਿੰਦੇ ਜੀ ਚੀਫ ਸੈਕਟਰੀ ਔਰ ਹੋਮ ਸੈਕਟਰੀ ਵਗੈਰਾ ਨੇ ਇਕੱਠਿਆਂ ਹੋ ਕੇ ਜਿਹੜਾ ਸੀ ਰਾਏ ਮਸ਼ਵਰਾ ਵੀ ਕਰ ਲਿਆ ਸੀ, ਕਿਉਂਕਿ ਗੌਤਮ ਚੀਮਾ ਦੇ ਖਿਲਾਫ ਵੀ ਕਾਫੀ ਕੁਛ ਹੈ। ਮਾਨਸਾ ਐਸਐਸਪੀ ਰਹੇ ਆ, ਉਦੋਂ ਬਾਅਦ ਫਿਰ ਤੁਹਾਨੂੰ ਪਤਾ ਮਾਨਸਾ ਲੁਧਿਆਣੇ ਵੀ ਰਹੇ ਆ, ਮਾਨਸਾ ਐਸਐਸਪੀ ਰਹੇ ਆ। ਤੇ ਤੁਹਾਡੀ ਯਾਦ ਹੋਣਾ ਆਪਣੇ ਉਹਨਾਂ ਦਿਨਾਂ ਦੇ ਵਿੱਚ ਗੁਰਿੰਦਰ ਸਿੰਘ ਗਰੇਵਾਲ ਹੁੰਦੇ ਸੀ DIG। ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਉਸ ਪ੍ਰੈਸ ਕਾਨਫਰੰਸ ਦੇ ਵਿੱਚ ਦੋ ਜਿਹੜੇ ਡਾਇਰੈਕਟ IPS ਅਫਸਰ ਸੀ, ਇਹ ਡਾਇਰੈਕਟ ਨਹੀਂ ਹੈ ਵੈਸੇ, PPS ਤੋਂ ਬਣੇ ਹੋਏ। ਨਹੀਂ ਗੌਤਮ ਚੀਮਾ IPS ਹੈ ਜੀ, IPS ਹੈ ਪਰ PPS ਤੋਂ ਨਹੀਂ IPS ਹੈ ਸਿੱਧਾ। ਇਹ ਉਹੀ ਹੈ CD ਚੀਮੇ ਦਾ ਬੇਟਾ। CD ਚੀਮੇ ਦਾ ਬੇਟਾ ਹੈ ਜੀ। ਇਹ ਜਦੋਂ ਮਾਨਸਾ ਸੀ ਉਦੋਂ IPS ਸੀ, ਉਦੋਂ IPS ਸੀ, ਪਰ ਉਹ ਕਿਉਂਕਿ ਯੰਗ ਹੀ ਸੀ ਉਦੋਂ, ਮੈਨੂੰ ਯਾਦ ਹੈ ਨਾ 2003 ਦੀ ਗੱਲ ਹੈ, 3-4 ਉਹ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਿਕਿਉਰਿਟੀ ਸੀ। ਅੱਛਾ ਜੀ, ਚਲੋ ਮੈਨੂੰ ਭੁਲੇਖਾ ਹੋ ਸਕਦਾ। ਹਾਂ ਉਹਦੇ ਸੀ, ਇਹ ਉਧਰੋਂ ਆਇਆ ਨਾ, ਇਸੇ ਕਰਕੇ IG ਹੈ ਨਾ ਹਾਲੇ ਤੱਕ, ਕਿਉਂਕਿ ਦੂਜੇ ADGP ਨਾਲ ਦੇ ਬਣ ਗਏ ਸੀ। ਇਹਦਾ IG ਕਿਉਂ ਰੋਕੇ ਸੀ? ਤੁਹਾਡੇ ਯਾਦ ਹੋਣਾ ਇੱਕ ਬੀਬੀ ਸ਼ਾਇਦ ਕ੍ਰਿਸਪੀ ਕਾਹਲੋਂ ਸੀ ਜੀ, ਹਾਂ ਜਿਹਦੀ ਲੈਂਡ ਦਾ ਬੜਾ ਰੌਲਾ ਰੱਪਾ ਜਾ ਪੈਂਦਾ ਸੀ ਸਿਲਸਿਲਾ, ਉਸ ਕੇਸ ਦੇ ਵਿੱਚ ਸਸਪੈਂਡ ਵੀ ਹੋ ਗਏ ਸੀ। ਔਰ ਇਹ ਇਨਕੁਆਇਰੀ ਜਿਹੜੀ ਮੇਰਾ ਖਿਆਲ ਸ਼ਾਇਦ ਅਜੇ ਵੀ ਵਿਜੀਲੈਂਸ ਵਾਲਿਆਂ ਕੋਲ ਇੱਕ ਇਨਕੁਆਇਰੀ ਤੁਰੀ ਫਿਰਦੀ ਹੈ ਜੀ। ਪ੍ਰਮੋਸ਼ਨ ਬਣਦੀ ਸੀ ਗੌਤਮ ਚੀਮੇ ਦੀ, ਲੇਕਿਨ ਉਹ ਪ੍ਰਮੋਸ਼ਨ ਜਿਹੜੀ ਹੈਗੀ ਹੈ ਸੀਲਬੰਦ ਕਰਤੀ ਸੀ। ਉਹਦੇ ਤੇ ਲਾਤਾ ਸੀਗਾ ਕਿ ਜਿੰਨੀ ਦੇਰ ਆ ਮਾਮਲਾ ਮੁੱਕਦਾ ਨਹੀਂ ਉਨੀ ਦੇਰ ਪ੍ਰਮੋਟ ਨਹੀਂ ਕਰਨਾ। ਹੁਣ ਸਰਕਾਰ ਉਹਨੂੰ ਪ੍ਰਮੋਟ ਕਰਨਾ ਚਾਹੁੰਦੀ ਸੀ ਜੀ ਕਿ ਉਹਨੂੰ ਪ੍ਰਮੋਟ ਕਰਕੇ ਤੇ ਉਹਨੂੰ ਬਿਊਰੋ ਆਫ ਇਨਵੈਸਟੀਗੇਸ਼ਨ ਦਾ ਲਾ ਦਿੱਤਾ ਜਾਵੇ, ਤੇ ਪਰ ਉਹਨੇ ਆਖਰੀ ਸਮੇਂ ਦੇ ਉੱਤੇ ਜਵਾਬ ਦਿੱਤਾ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਜਿਹੜੀ ਸੀਟ ਆ ਹਾਲੇ ਵੀ ਖਾਲੀ ਪਈ ਹੈ। ਉਧਰੋਂ 21 ਤਾਰੀਖ ਨੂੰ DGP ਦੀ ਜਿਹੜੀ ਹੈਗੀ ਹੈ, DGP ਦਾ ਪੈਨਲ ਤਿਆਰ ਕਰਨਾ UPSC ਨੇ ਮੀਟਿੰਗ ਬੁਲਾ ਲਈ ਹੈ ਉਹਨਾਂ ਨੇ ਜੀ। ਤੇ ਇਸੇ ਸਮੇਂ ਦੌਰਾਨ ਜਿਹੜੇ ਅੱਜ 17 ਤਾਰੀਖ ਹੈ ਤੇ ਰਾਤ ਦੇ ਹਨੇਰੇ 'ਚ ਹੀ ਸਾਰਾ ਕੁਝ ਹੋਇਆ। 4 ਦਿਨਾਂ ਦੇ ਬਾਅਦ ਪਤਾ ਨਹੀਂ ਨਵੇਂ DGP ਵਾਸਤੇ ਉਹ ਕੋਈ ਪੈਨਲ ਭੇਜ ਦੇਣ, ਜਾਂ ਇਹ ਵੀ ਹੋ ਸਕਦਾ ਕਿ ਇੱਕ ਤਰੀਕ ਇੱਕ ਲੰਬੀ ਹੋਰ ਪਾ ਦੇਣ, ਫਿਰ ਤਾਂ ਗੱਲ ਉਦੋਂ ਤੱਕ ਮਤਲਬ ਜਿਹੜਾ ਹੈਗਾ ਕੋਡ ਲੱਗ ਜੇ। ਉਹਨੇ 4-5 ਦਿਨਾਂ ਵਾਸਤੇ ਜਿਹੜਾ ਕੁਝ ਕੀਤਾ, DGP ਚੇਂਜ ਕਰਤਾ, ਇਕਬਾਲਪ੍ਰੀਤ ਸਿੰਘ ਸੋਹਤਾ ਨੂੰ ਹਟਾਤਾ ਤੇ ਐਕਟਿੰਗ DGP ਚਟੋਪ ਸਾਹਿਬ ਨੂੰ ਲਾਤਾ। ਚਟੋਪ ਸਾਹਿਬ ਨੇ 31 ਮਾਰਚ ਨੂੰ ਰਿਟਾਇਰ ਹੋਣੇ ਜੀ 2022 ਚ। ਬਸ ਉਹ ਇਲੈਕਸ਼ਨਾਂ ਦੇ ਕਰਾਉਣ ਸਾਰੇ ਰਿਟਾਇਰ ਹੋ ਜਾਣਾ। ਹਾਂ, ਉਹ ਰਿਟਾਇਰ ਹੋਣਾ। ਇਹਦੇ ਚ ਹੁਣ ਵੱਡੀ ਗੱਲ ਕੀ ਹੈ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਕਿ ਕੀ ਚਟੋਪਾਧਿਆ ਦਾ ਇੱਕ ਸ਼ਰੀਫ ਮੇਰਾ ਖਿਆਲ ਪ੍ਰੋਫੈਸ਼ਨਲ ਅਫਸਰ ਹੈ ਇਹ। ਚਟੋਪਾਧਿਆ ਦੇ ਕਦੇ ਆਪਾਂ ਵਿਵਾਦਗ੍ਰਸਤ ਗੱਲਾਂ ਚ ਨਹੀਂ ਸੁਣਿਆ ਵਾ। ਜੇ ਆਪਾਂ 2002 ਤੋਂ ਲੈ ਕੇ 7 ਤੱਕ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਰਿਹਾ, ਉਹਨਾਂ ਨੇ ਇੱਕ ਕੇਸ ਬਣਾਇਆ ਸੀ ਜੀ ਬਾਦਲਾਂ ਦੇ ਖਿਲਾਫ, ਸੋਮਿਆਂ ਤੋਂ ਵੱਧ ਜਾਇਦਾਦ ਦਾ। ਔਰ ਉਸੇ ਕੇਸ ਦੀ ਜਿਹੜੀ ਅਗਲੀ ਪੜਤਾਲ ਵਾਸਤੇ ਕਿ ਵਿਦੇਸ਼ਾਂ ਦੇ ਵਿੱਚ ਉਹਨਾਂ ਦੀ ਦੌਲਤ ਕਿੰਨੀ ਕੁ ਹੈ, ਡਿਊਟੀ ਚਟੋਪਾਧਿਆ ਦੀ ਲਾਈ ਸੀ। ਚਟੋਪਾਧਿਆ ਜ਼ਰੂਰ ਗਏ ਸੀ, ਪਰ ਮੇਰਾ ਨਹੀਂ ਖਿਆਲ ਕਿ ਚਟੋਪਾਧਿਆ ਦੀ ਕੋਈ ਫੈਂਡਿੰਗ ਕੇਸ ਦੇ ਨਾਲ ਲੱਗੀ ਸੀ। ਮੇਰਾ ਖਿਆਲ ਹੈ ਜਿਹੜਾ ਸਪਲੀਮੈਂਟਰੀ ਚਲਾਨ ਪੇਸ਼ ਕਰਨਾ ਸੀ ਤਾਂ ਵਿੱਚੇ ਰਹਿ ਗਿਆ ਸੀ। ਜੀ। ਉਹ ਤੋਂ ਬਾਅਦ ਇਹ ਖੁੱਡੇ ਲੈਣ ਲੱਗੇ ਹੋਏ ਹੈ। ਪਰ ਇਹਨਾਂ ਨੂੰ ਮਤਲਬ ਜੇ ਆਪਾਂ ਦੇਖੀਏ ਕਿ ਜਿਵੇਂ ਦੂਜਿਆਂ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਸੀ, ਆਪਣੇ ਨੂੰ ਅਸਥਾਨਾਂ ਨੂੰ ਇਹਨੂੰ ਤੰਗ ਪਰੇਸ਼ਾਨ ਨਹੀਂ ਕੀਤਾ। ਨਹੀਂ ਦੇਖੋ, ਅਸਥਾਨਾਂ ਨੂੰ ਗੌਤਮ ਚੀਮੇ ਨੂੰ ਤਾਂ ਤੁਹਾਨੂੰ ਮੈਂ ਇੱਕ ਚੀਜ਼ ਜਿਵੇਂ ਦੱਸਦਿਆਂ, ਗੌਤਮ ਚੀਮਾ ਜਿਹੜੇ ਸਸਪੈਂਡ ਹੋਏ ਸੀਗੇ 2015 ਦੇ ਵਿੱਚ, ਇਹਨਾਂ ਨੂੰ 5 ਜੂਨ ਨੂੰ ਰੀਇਨਸਟੇਟ ਕਰਤਾ ਸੀਗਾ। ਇਹਨਾਂ ਤੇ 2 FIRs ਹੋਈਆਂ ਸੀਗੀਆਂ, ਇੱਕ ਅਬਡਕਸ਼ਨ ਦੀ ਤੇ ਮੋਲੈਸਟੇਸ਼ਨ ਦੀ। ਇਹ ਉਹੀ ਜਿਹੜੀ ਉਹ ਬੀਬੀ ਮੇਰੇ ਖਿਆਲ ਕਾਲੋਂ ਵਾਲੀ ਹੈ, ਕਾਲੋਂ ਵਾਲੀ ਉਹੀ ਹੋਣੀ। ਹਾਂ ਠੀਕ ਹੈ ਜੀ। ਤੇ ਚੀਫ ਮਿਨਿਸਟਰ ਨੇ, ਡਿਪਟੀ ਚੀਫ ਮਿਨਿਸਟਰ ਤੇ ਸੁਮੇਧ ਸਿੰਘ ਸੈਣੀ ਉਦੋਂ ਪੁਲਿਸ ਚੀਫ ਸੀ, ਇਹਨਾਂ ਨੇ ਡਿਸਕਸ ਕਰਕੇ ਜਿਹੜਾ ਕੋਈ ਵੀ ਫੈਸਲਾ ਆਉਣ ਤੋਂ ਪਹਿਲਾਂ ਹੀ ਇਹਨਾਂ ਨੂੰ ਰੀਇਨਸਟੇਟ ਕਰਤਾ ਸੀ। ਰੀਇਨਸਟੇਟ ਕਰਤਾ ਸੀ, ਫਿਰ ਕੇਸ ਅਜੇ ਤੱਕ ਪੈਂਡਿੰਗ ਹੈ ਜੀ, ਸਟਿਲ ਪੈਂਡਿੰਗ ਹੈ। ਇਸੇ ਕਰਕੇ ਪ੍ਰਮੋਸ਼ਨ ਨਹੀਂ ਨਾ ਫਿਰ ਹੋਈ ਸੀ। ਹੁਣੇ ਪ੍ਰਮੋਸ਼ਨ ਦੇਣਾ ਚਾਹੁੰਦੇ ਸੀ। ਹਾਂ, ਨੌਕਰ ਚੱਕਿਆ ਸੀ ਥਾਪਾ ਉਹਦਾ, ਥਾਪਾ। ਬਿਲਕੁਲ। ਉਹ ਮੇਰੇ ਤੁਹਾਡੇ ਤਾਂ ਚਲੋ ਠੀਕ ਹੈ, ਮੇਰੇ ਯਾਦ ਸੀ ਥੋੜਾ ਵੀ ਇਹ ਮਾਮਲਾ ਹੈਗਾ। ਚਲੋ ਉਹਦੇ ਜਿਹੜੀ ਹੁਣ ਆਪਾਂ ਗੱਲ ਕਰਦੇ ਸੀਗੇ ਵੀ ਇਹਨਾਂ ਨੂੰ ਤਾਂ ਫਿਰ ਤੰਗ ਨਹੀਂ ਕੀਤਾ ਉਹਨਾਂ। ਜੇ ਜਿਹੜੇ ਚਲੋ ਉਹਨੂੰ ਰੀਇਨਸਟੇਟ ਵੀ ਕੀਤਾ, ਪਰ ਅਸਥਾਨੇ ਨੂੰ ਤਾਂ ਸਸਪੈਂਡ ਵੀ ਕੀਤਾ ਸੀ। ਜੀ। ਹਾਂ ਉਹ ਤੇ ਕੇਸ ਰਜਿਸਟਰ ਕੀਤਾ ਸੀ, ਫਿਰ ਉਹਨੂੰ ਬਹਾਲ ਵੀ ਕਰਤਾ। ਜੇ ਆਪਾਂ ਸਸਪੈਂਡ ਦੀ ਗੱਲ ਦੇਖੀ ਤਾਂ ਉਮਰਾ ਨੰਗਲ ਵੀ ਕੀਤਾ ਸੀ ਸਸਪੈਂਡ, ਬਿਲਕੁਲ ਬਹਾਲ ਤਾਂ ਉਹ ਵੀ ਕਰ ਦਿੱਤਾ ਸੀ। ਪਰ ਹੁਣ ਗੱਲ ਇਹ ਹੈ ਕਿ ਜਿਹੜਾ ਬੰਦਾ ਪ੍ਰੋਫੈਸ਼ਨਲ ਰਿਹਾ, ਮੈਨੂੰ ਜਿੱਥੋਂ ਕਿ ਮੈਂ ਦੇਖਿਆ ਇਹਨਾਂ ਦਾ ਜਿਹੜੇ ਮੌਜੂਦਾ DGP ਸਿਧਾਰਥ ਚਟੋਪਾਧਿਆ ਸਾਹਿਬ, ਚਟੋਪਾਧਿਆ ਸਾਹਿਬ ਕਦੇ ਵਿਵਾਦਾਂ 'ਚ ਨਹੀਂ ਰਹੇ, ਸੌਫਟ ਰਹੇ ਆ। ਪਰ ਚਟੋਪਾਧਿਆ ਸਾਹਿਬ ਨੇ ਇੱਕ ਜਿਹੜੀ ਇਹਨਾਂ ਨੂੰ ਲਾਈ ਸੀਗੀ, ਉਹ ਡਰੱਗਸ ਵਾਲਾ ਮਾਮਲਾ ਲਾਇਆ ਸੀ। ਰਾਜਜੀਤ ਸਿੰਘ ਹੁੰਦਲ ਹੀ ਸੀ ਨਾ ਮੇਰੇ ਖਿਆਲ, ਜਿਹੜਾ SSP ਮੋਗਾ ਹੁੰਦਾ ਸੀ। ਤੇ ਇੱਕ ਉਹ ਇੰਦਰਜੀਤ ਸਿੰਘ ਇੰਸਪੈਕਟਰ ਚੁੱਕਿਆ ਹੋਇਆ ਸੀ। ਉਹ ਫਰਦਰ ਪੜਤਾਲ ਵਾਸਤੇ ਜਿਹੜੀ ਇੱਕ ਟੀਮ ਬਣੀ ਹੋਈ ਸੀ, ਤੇ ਜਿਹੜੇ ਟੀਮ ਦੇ ਮੁਖੀ ਬਣਾਏ ਸੀਗੇ ਇਹ ਚਟੋਪ ਸਾਹਿਬ ਜੀ। ਬਾਕੀ ਤਾਂ ਦਸਤਖਤ ਕਰਤੇ ਸੀ, ਲੇਕਿਨ ਇੱਕ ਇਹਨਾਂ ਨੇ ਹੋਰ ਤਫਤੀਸ਼ ਕੀਤੀ ਸੀ। ਇਹਨਾਂ ਨੇ ਕਿਹਾ ਸੀ ਕਿ ਰਾਜਜੀਤ ਸਿੰਘ ਜ਼ੋਹਲਾ ਜਾਂ ਹੁੰਦਲਾ ਜੋ ਵੀ ਹੈ ਜੀ, ਉਹਦਾ ਰਾਜਜੀਤ ਸਿੰਘ ਦੀ ਇੰਦਰਜੀਤ ਦੀਆਂ ਕੜੀਆਂ ਰਾਜਜੀਤ ਨਾਲ ਜੁੜਦੀਆਂ, ਤੇ ਰਾਜਜੀਤ ਦੀਆਂ ਕੜੀਆਂ ਜੁੜਦੀਆਂ ਮਿਸਟਰ ਸੁਰੇਸ਼ ਅਰੋੜਾ ਨਾਲ। ਜੀ। ਕੱਲੇ ਸੁਰੇਸ਼ ਅਰੋੜਾ ਨਾਲ ਨਹੀਂ ਜੁੜਦੀਆਂ, ਤੇ ਗਾਂ ਕੜੀਆਂ ਜੁੜਦੀਆਂ ਸੀ ਦਿਨਕਰ ਗੁਪਤੇ ਨਾਲ। ਉਹ ਗੱਲਾਂ ਵੀ ਵਿੱਚ ਆਈਆਂ ਸੀ।
ਉਹ ਗੱਲਾਂ ਆਈਆਂ ਸੀ, ਉਹਨਾਂ ਗੱਲਾਂ ਦੇ ਉੱਤੇ ਰਿਪੋਰਟ ਇਹਨਾਂ ਨੇ ਇਕੱਲੀ ਅਲੱਗ ਦਿੱਤੀ ਸੀ, ਜਿਹੜੀ ਬਾਰ-ਬਾਰ ਕਹਿੰਦੇ ਨੇ ਵੀ ਚਟੋਪਾਧਿਆਏ ਵਾਲੀ ਰਿਪੋਰਟ ਕੱਢੋ, ਚਟੋਪਾਧਿਆਏ ਵਾਲੀ ਰਿਪੋਰਟ ਕੱਢੋ, ਉਹਦੇ ਤੇ ਦੂਜਿਆਂ ਨੇ ਸਿਗਨੇਚਰ ਨਹੀਂ ਸੀ ਕੀਤੇ। ਜੀ ਜੀ। ਤੇ ਜੇ ਆਪਾਂ ਦੇਖੀਏ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀਆਂ ਘਟਨਾਵਾਂ ਦੀ ਜਾਂਚ ਸੀ, ਉਹਦੇ ਕੋਲੇ ਬਾਈਬਲ ਕਲਾਂ ਤੇ ਕੋਟਕਪੂਰਾ ਵਾਲੀ, ਜੀ ਬਾਈਬਲ ਕਲਾਂ ਤੇ ਕੋਟਕਪੂਰਾ ਵਾਲੀ ਜਿਹੜੀ ਕੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਉਹ ਕੁਐਸ਼ ਕੀਤੀ ਹੈ ਸਾਰੀ ਪ੍ਰੋਸੀਡਿੰਗ, ਹਾਈ ਕੋਰਟ ਨੇ ਕਿਸ ਵਜ੍ਹਾ ਕਾਰਨ ਕੀਤੀ ਹੈ? ਉਹ ਇਸੇ ਵਜ੍ਹਾ ਕਾਰਨ ਹੀ ਕੀਤੀ ਹੈ ਨਾ ਕਿ ਟੀਮ ਦੇ ਬਾਕੀ ਮੈਂਬਰਾਂ ਦੇ ਦਸਖਤ ਨਹੀਂ ਸੀ। ਜੀ ਜੀ। ਉਹਨੇ ਇਕੱਲੇ ਨੇ 4 ਸ਼ੀਟਸ ਦਾਇਰ ਕੀਤੀਆਂ ਸੀਗੀਆਂ। ਸੋ ਇਹੀ ਚੀਜ਼ ਜਿਹੜੀ ਹੈਗੀ ਇਹਨਾਂ ਨੇ ਕੀਤੀ ਸੀ, ਉਹ ਮਾਮਲਾ ਪੈਂਡਿੰਗ ਪਿਆ। ਖੈਰ ਹੁਣ ਟਰਾਂਸਫਰ ਕਰਤੀ, ਬਦਲ ਤਾਂ ਸਾਰਾ ਕੁਝ ਕਰਤਾ, ਪਰ ਕੀ 4 ਕੁ ਦਿਨਾਂ ਦੇ ਵਿੱਚ ਚਟੋਰ ਸਾਹਿਬ ਕੋਈ ਐਡਾ ਵੱਡਾ ਰਿਸਕ ਲੈ ਲੈਣਗੇ? ਨਹੀਂ ਲੈਂਦੇ। ਉਹ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰ ਲੈਣਗੇ, ਜਾਂ ਉਹ ਇਹ ਬੇਅਦਬੀ ਵਾਲਾ ਮਾਮਲਾ ਤਾਂ ਕਿਸੇ ਦੇ ਬਸ ਦਾ ਰੋਗ ਨਹੀਂ, ਕਿਉਂਕਿ ਬੇਅਦਬੀ ਵਾਲਾ ਮਾਮਲਾ ਦਾ ਸਿੱਧਾ ਹਾਈ ਕੋਰਟ ਦੀਆਂ ਹਦਾਇਤਾਂ ਦੇ ਮੁਤਾਬਕ ਉਸ SIT ਕੋਲੇ ਹੈ, ਤੇ ਮਿਸਟਰ ਪਰਮਾਰ ਜਿਹੜੇ ਹੈਗੇ ਪ੍ਰੋਫੈਸ਼ਨਲ ਉਹ ਵੀ ਹੈ ਜੀ। ਇਸ ਮੌਕੇ ਦੇ ਉੱਤੇ ਮੇਰਾ ਨਹੀਂ ਖਿਆਲ ਕੋਈ ਪੰਗਾ ਲੈ ਲੂਗਾ, ਪਰ ਇਹ ਹੈ ਮੈਨੂੰ ਤਾਂ ਐਂ ਲੱਗਦਾ ਕਿ ਬਦਲੀਆਂ ਵਾਲੀ ਸਰਕਾਰ ਹੀ ਬਣ ਕੇ ਰਹਿ ਗਈ। ਕਹਿੰਦੇ ਉਹ ਵੀ ਚਰਚਾ ਚੱਲ ਪਈ ਵੀ ਹੁਣ ਮੁੱਖ ਮੰਤਰੀ ਦੀ ਵਾਰੀ ਹੈ, ਕਹਿੰਦੇ ਜਾਂਦੇ ਜਾਂਦੇ ਉਹ ਵੀ ਨਾ ਕਹਿ ਦੇਣ ਵੀ ਇਹਨੂੰ ਵੀ ਬਦਲ ਦਿਓ। ਚਲੋ ਹੁਣ ਤਾਂ ਮੁੱਖ ਮੰਤਰੀ ਤਾਂ ਬਦਲਿਆ ਕਿ ਉਹ ਤਾਂ ਕੋਰਟ ਕਿਸੇ ਵੇਲੇ ਵੀ ਲੱਗ ਸਕਦਾ, ਮੇਰੇ ਖਿਆਲ ਬਦਲਿਆ ਜਿਹੜਾ ਨਵਾਂ ਆਊਗਾ ਉਹ ਕੀ ਕਰ ਲੂਗਾ। ਠੀਕ ਹੈ ਨਾ, ਪਰ ਇਹ ਨਾ ਜਿਵੇਂ ਹੁਣ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਆਪਣੀ ਇੱਕ ਕੈਬਨਿਟ ਦੀ ਮੀਟਿੰਗ ਹੋਈ ਸੀ ਜੀ, ਕੈਬਨਿਟ ਦੀ ਮੀਟਿੰਗ ਤੋਂ ਬਾਅਦ ਜਦੋਂ ਅਫਸਰ ਸਾਰੇ ਵਿਹਲੇ ਹੋ ਗਏ, ਉਹਨਾਂ ਨੂੰ ਕਹਿੰਦਾ ਤੁਸੀਂ ਜਾਓ, ਤੇ ਬਾਕੀ ਰਹਿ ਗਏ ਸੀ ਵਜ਼ੀਰ ਪੰਜਾਬ ਭਵਨ ਦੇ ਵਿੱਚ, ਫਿਰ ਤੂੰ ਮੈਂ ਕਾਫੀ ਹੋ ਗਈ ਸੀ 2 ਵਜ਼ੀਰਾਂ ਦੀ, ਤੇ ਇਹ ਵੀ ਕਹਿੰਦੇ ਸੀ ਕਹਿੰਦੇ ਜੀ ਤਾਂ ਸੌਦੇ ਹੋਣ ਲੱਗ ਗਏ। SSPਆਂ ਦੀਆਂ ਬਦਲੀਆਂ ਦੇ ਵਿੱਚ ਕਹਿੰਦੇ ਵੀ ਤੇ DSP ਦੀਆਂ ਬਦਲੀਆਂ 'ਚ ਮੋਟਾ ਮਾਲ ਚੱਲ ਰਿਹਾ ਹੈ, ਖਰੀਦੋ ਫਰੋਖਤ ਚੱਲ ਰਹੀ ਹੈ, ਗੱਲ ਜਾ ਕਿੱਧਰ ਨੂੰ ਰਹੀ ਹੈ? ਇਹ ਜਿਹੜੀ ਫਿਰ ਹੁਣ 5 ਦਿਨਾਂ ਵਾਸਤੇ ਬਦਲੀ ਕੀਤੀ ਹੈ, 5-7 ਦਿਨਾਂ ਵਾਸਤੇ, ਇਸ ਬਦਲੀ ਨੂੰ ਤੁਸੀਂ ਕੀ ਸਮਝੋਗੇ? ਇਹਦੇ ਤੇ ਕਿੰਤੂ ਪਰੰਤੂ ਨਹੀਂ ਹੋਊਗਾ। ਇਹ ਪਤਾ ਨਹੀਂ ਵੀ ਸਰਕਾਰ ਕਿਵੇਂ ਪਾਸੇ ਕੀ ਹੈ ਵੀ ਐਡੀਆਂ ਬਦਲੀਆਂ। ਐਡਵੋਕੇਟ ਜਨਰਲ ਜਿਹੜਾ ਹੈਗਾ 2 ਵਾਰੀ ਬਦਲਤਾ। ਪਹਿਲਾ ਐਡਵੋਕੇਟ ਜਨਰਲ ਪਟਵਾਲੀਆ ਸਾਹਿਬ ਲਾਏ ਸੀ, ਪਟਵਾਲੀਆ ਸਾਹਿਬ ਦੀ ਫਾਈਲ ਰੋਕ ਲਈ ਸੀ ਗਵਰਨਰ ਕੋਲ, ਬਿਲਕੁਲ ਜੀ। ਦਿਓਲ ਸਾਹਿਬ ਲਾਤੇ, ਫਿਰ ਦਿਓਲ ਸਾਹਿਬ ਨੂੰ ਹਟਾਤਾ, ਫਿਰ ਪਟਵਾਲੀਆ ਸਾਹਿਬ ਲਾਤੇ, ਵਿਚਲੀ ਆਪਣੇ ਜਿਹੜੇ ਹੈਗੇ ਆ ਇੱਕ ਹੋਰ ਵੀ ਆ ਗਏ ਸੀ ਆਪਣੇ ਜਿਹੜੇ ਬਾਰ ਕੌਂਸਲ ਦੇ ਪ੍ਰੈਜ਼ੀਡੈਂਟ ਹੁੰਦੇ ਸੀ, ਆਪਣਾ ਕੀ ਕਹਿੰਦੇ ਡੱਬਲੀ ਵਾਲੇ, ਹਾਂਜੀ, ਉਹਨਾਂ ਦਾ ਨਾਂ ਵੀ ਆ ਗਿਆ ਸੀ। ਮਤਲਬ ਖੇਡ ਜੀ ਬਣਾ ਰੱਖੀ ਹੈ ਉਹ, ਜਿਵੇਂ ਕਹਿੰਦੇ ਹੁੰਦੇ ਨਾ ਵੀ ਪਿਆਸੇ ਜੱਟ ਕਟੋਰਾ ਲੱਭਿਆ ਪਾਣੀ ਪੀ ਆਫਰਿਆ, ਉਹ ਹਾਲਤ ਬਣੀ ਹੋਈ ਹੈ ਜੀ ਜੀ। ਤੇ ਢਿੱਲੋਂ ਸਾਹਿਬ ਹੁਣ ਉਹੀ ਗੱਲ ਵੀ ਪੰਜਾਬ ਦੀ ਕਹਿੰਦੇ ਵੀ ਇਹ ਹਰੇਕ ਪਾਰਟੀ ਦੇ ਪ੍ਰਧਾਨ ਨੂੰ ਇਖਤਿਆਰ ਦੇ ਦਿੰਦੇ ਆ, ਕਹਿਣ ਨੂੰ ਹੀ ਡੈਮੋਕ੍ਰੇਸੀ ਹੈ। ਹੁਣ ਕਹਿੰਦੇ ਸੋਨੀਆ ਗਾਂਧੀ ਨੂੰ ਦੇਤੇ ਜੀ ਸਾਰੇ ਇਖਤਿਆਰ। ਸੁਖਬੀਰ ਸਿੰਘ ਬਾਦਲ ਹੋਰਾਂ ਦਾ ਇੱਕ ਬਿਆਨ ਆਇਆ ਹੈ, ਪੰਜਾਬ ਦੇ ਲੋਕਾਂ ਨੂੰ ਉਹਨਾਂ ਨੇ ਇੱਕ ਅਪੀਲ ਕੀਤੀ ਹੈ, ਵੈਸੇ ਉਹ ਬਿਆਨ ਹੈ ਤਾਂ ਵਧੀਆ ਜੀ। ਉਹ ਕਹਿੰਦੇ ਵੀ ਬਾਕੀ ਸਾਰੀਆਂ ਪਾਰਟੀਆਂ ਦੀ ਜਿਹੜੀ ਹੈਗੀ ਹੈ ਨਾ ਕਮਾਂਡ ਉਹ ਦਿੱਲੀ ਹੈ, ਸਾਰੇ ਫੈਸਲੇ ਦਿੱਲੀ ਆਉਂਦੇ, ਇਕੱਲੀ ਅਕਾਲੀ ਦਲ ਆ ਜਿਹਦੇ ਫੈਸਲੇ ਕਹਿੰਦੇ ਪੰਜਾਬ 'ਚ ਹੁੰਦੇ, ਉੱਥੇ ਹੈ ਹੀ ਨਹੀਂ, ਉਹਨਾਂ ਦਾ ਦਫ਼ਤਰ ਹੀ ਹੈ ਨਹੀਂ, ਉਹਨਾਂ ਦਾ ਦਫ਼ਤਰ ਹੀ ਹੈ ਨਹੀਂ। ਉਹ ਕਹਿੰਦੇ ਵੀ ਜੇ ਤੁਸੀਂ ਵਾਕਈ ਪੰਜਾਬ ਦੀ ਗੈਰਤ ਬਾਰੇ, ਪੰਜਾਬ ਦੇ ਲੋਕਾਂ ਬਾਰੇ ਸੋਚਦੇ ਹੋ ਤਾਂ ਅਕਾਲੀ ਦਲ ਨਾਲ ਲੱਗ ਜਾਓ ਜੀ, ਵੋਟਾਂ ਅਕਾਲੀ ਦਲ ਨੂੰ ਪਾ ਦਿਓ। ਆਮ ਆਦਮੀ ਪਾਰਟੀ ਦੇ ਫੈਸਲੇ ਵੀ ਦਿੱਲੀੋਂ ਹੁੰਦੇ ਤੇ ਕਾਂਗਰਸ ਪਾਰਟੀ ਦੇ ਵੀ ਹੁੰਦੇ। ਹੁਣ ਦਾਨੇ ਵਾਲੀਆ ਸਾਹਿਬ ਕਾਂਗਰਸ ਪਾਰਟੀ ਨੇ ਜਦੋਂ ਬਦਲਤਾ, ਤੁਹਾਡਾ ਪ੍ਰਧਾਨ ਵੀ ਬਦਲਤਾ, ਤੇ ਪ੍ਰਧਾਨ ਦੇ ਬਦਲ ਤੋਂ ਬਾਅਦ ਮੁੱਖ ਮੰਤਰੀ ਵੀ ਬਦਲਤਾ ਜੀ, ਤੇ ਫਿਰ ਕੰਮ ਚਲਾਉਣ ਵਾਸਤੇ ਉਹਨਾਂ ਨੇ ਕੀ ਕੀਤਾ ਜੀ, ਉਹਨਾਂ ਨੇ ਦਵਾ ਦਵ ਪਹਿਲੀ ਗੱਲ ਤਾਂ ਬਹੁਤ ਲੰਬੇ ਸਮੇਂ ਤੋਂ ਮੇਰਾ ਖਿਆਲ ਹੈ ਵੀ 2020 ਦਾ ਇਹਨਾਂ ਦਾ ਢਾਂਚਾ ਭੰਗ ਹੋਇਆ ਸੀ ਜ਼ਿਲ੍ਹਿਆਂ ਵਾਲਾ। ਉਹ ਕੱਲਾ ਜ਼ਿਲ੍ਹਿਆਂ ਵਾਲਾ ਢਾਂਚੇ ਨੂੰ ਹੀ ਇਹਨਾਂ ਨੇ ਕੋਈ ਸੂਤਰਬੱਧ ਨਹੀਂ ਸੀ ਕੀਤਾ, ਉਵੇਂ ਦਾ ਉਵੇਂ ਪਿਆ ਸੀ। ਫਿਰ ਇਹਨਾਂ ਨੇ ਜਿਹੜੀ ਇੱਕ ਆਪਣੀ ਲਿਸਟ ਦਿੱਤੀ ਸੀ ਆਪਣੇ ਨਵਜੋਤ ਸਿੰਘ ਸਿੱਧੂ ਨੇ ਜੀ, ਇਹਨਾਂ ਦੀ ਪੋਜੀਸ਼ਨ ਸੀਗੀ ਕਿ 2 ਅਸੀਂ ਬੰਦੇ ਲਾਉਣੇ ਹੈ, ਵਰਕਿੰਗ ਪ੍ਰੈਜ਼ੀਡੈਂਟ ਤੇ ਇੱਕ ਹੋਊਗਾ ਪ੍ਰੈਜ਼ੀਡੈਂਟ, ਜਿਵੇਂ ਇਹਨਾਂ ਨੇ ਸਟੇਟ ਦੇ ਵਿੱਚ ਕੀਤਾ ਸਿਰਫ ਉਸੇ ਤਰ੍ਹਾਂ ਹੀ ਜੀ। ਠੀਕ ਹੈ, ਉਹ ਹੋ ਗਿਆ। ਇਹਨਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਤੇ ਇਹਨਾਂ ਨੇ ਕੀਤਾ ਕੀ ਸੀ, ਇਹਨਾਂ ਨੇ ਕੀਤਾ ਸੀ ਕਿ ਕੋਆਰਡੀਨੇਟਰ ਲਾਤੇ ਜੀ ਜੀ। ਜਿਵੇਂ ਵੱਧਦਾ ਗਿਆ ਉਹਦਾ ਪ੍ਰੈਸ਼ਰ ਵੱਧਦਾ ਗਿਆ ਨਵਜੋਤ ਸਿੰਘ ਸਿੱਧੂ ਦਾ, ਹੁਣ ਉਹ ਵੀ ਕਰਤੇ। ਉਹ ਕਰਨ ਤੋਂ ਬਾਅਦ ਨਾਲ ਦੀ ਨਾਲ ਹੀ ਕਹਿੰਦੇ ਜੀ ਕਮੇਟੀਆਂ ਬਣਾ ਦਿਓ ਜੀ, ਕਮੇਟੀਆਂ ਬਣਾ ਦਿੱਤੀਆਂ। ਹੁਣ ਕਮੇਟੀਆਂ ਕਿਹੜੀਆਂ ਨੇ ਜੀ? ਇੱਕ ਤਾਂ ਬਣਾਤੀ ਆਪਣੀ ਸਕਰੀਨਿੰਗ ਕਮੇਟੀ। ਸਕਰੀਨਿੰਗ ਕਮੇਟੀ ਨੇ ਸਾਰੇ ਜਿਹੜੇ ਹੈਗੇ ਸਕਰੀਨ ਕਰਕੇ ਤੇ ਉਹ ਭੇਜਣੇ ਸੀ ਵੀ ਸ਼ਾਰਟ ਲਿਸਟ ਕਰਕੇ ਵੀ ਕਿੰਨੇ ਹੈਗੇ ਜੀ ਕੈਂਡੀਡੇਟ, ਕਿੱਥੋਂ ਕਿਹਨੂੰ ਦੇਣੀ ਹੈ। 2-3 ਮੇਰੇ ਖਿਆਲ ਆਮ ਤੌਰ ਤੇ ਸਕਰੀਨਿੰਗ ਕਮੇਟੀ 3 ਬੰਦਿਆਂ ਦਾ ਪੈਨਲ ਭੇਜਦੀ ਹੈ, ਤੇ ਜਿਹੜੀ ਸੈਂਟਰਲ ਸਕਰੀਨਿੰਗ ਕਮੇਟੀ ਹੈ ਜਾਂ ਚੋਣ ਕਮੇਟੀ ਹੈ, ਉਹ ਉਹਦੇ ਵਿੱਚੋਂ ਕਿਸੇ ਇੱਕ ਨੂੰ ਚੁਣ ਲੈਂਦੀ ਹੈ ਤੇ ਉਹਨੂੰ ਟਿਕਟ ਦੇ ਦਿੰਦੀ ਹੈ, ਬਾਕੀਆਂ ਬਾਰੇ ਫੈਸਲਾ ਬਾਅਦ ਚ ਕਰ ਲੈਂਦੀ ਜੀ ਜੀ। ਸਕਰੀਨਿੰਗ ਕਮੇਟੀ ਦਾ ਚੇਅਰਮੈਨ ਲਾਇਆ ਜੀ ਇਹਨਾਂ ਨੇ ਅਜੇ ਮਾਕਨ। ਕੰਪੇਨ ਕਮੇਟੀ ਦਾ ਚੇਅਰਮੈਨ ਲਾਤਾ ਸੁਨੀਲ ਕੁਮਾਰ ਜਾਖੜ ਜੀ। ਜਿਹੜੀ ਮੈਨੀਫੈਸਟੋ ਕਮੇਟੀ ਹੈ ਉਹਦਾ ਚੇਅਰਮੈਨ ਲਾ ਦਿੱਤਾ ਪ੍ਰਤਾਪ ਸਿੰਘ ਬਾਜਵਾ। ਜਾਖੜ ਸਾਹਿਬ ਨੇ ਕਈ ਦਿਨ ਤਾਂ ਮਤਲਬ ਮੂੰਹ ਹੀ ਨਹੀਂ ਸੀ ਖੋਲਿਆ। ਫਿਰ ਜਾਖੜ ਸਾਹਿਬ ਨੂੰ ਕਿਹਾ ਗਿਆ ਜੀ ਤੁਸੀਂ ਕੋਈ ਗੱਲ ਨਹੀਂ ਬੈਠ ਕੇ ਸੰਭਾਲੋ ਕੰਮ।
ਫਿਰ ਇਹ ਗੱਲ ਵੀ ਆ ਗਈ ਵੀ ਜਾਖੜ ਸਾਹਿਬ ਤੋਂ ਟਾਈਮ ਮੰਗਿਆ ਚੰਨੀ ਸਾਹਿਬ ਨੇ, ਮੈਂ ਤੁਹਾਡੇ ਘਰੇ ਆਉਣਾ। ਹਰੀਸ਼ ਚੌਧਰੀ ਕਹਿੰਦਾ ਮੈਂ ਆਉਣਾ। ਚਲੋ ਉਹਨਾਂ ਨੇ ਕਹਿਤਾ ਜੀ ਆਪਾਂ ਕਮੇਟੀ ਦੀ ਮੀਟਿੰਗ ਬੁਲਾ ਲਈਏ ਜੀ। ਤਾਂ ਜਾਖੜ ਸਾਹਿਬ ਨੇ ਮੀਟਿੰਗ ਬੁਲਾਈ ਜੀ। ਜਾਖੜ ਸਾਹਿਬ ਨੇ ਜਿਹੜੀ ਮੀਟਿੰਗ ਬੁਲਾਈ ਤੇ ਮੀਟਿੰਗ ਦੇ ਵਿੱਚ ਜਾਖੜ ਸਾਹਿਬ ਨੇ ਪਹਿਲਾ ਸਵਾਲ ਹੀ ਇਹ ਕਰਤਾ ਜਿਹੜਾ ਮਜੇ ਹੋਏ ਸਿਆਸਤਦਾਨ ਕਰਦੇ ਹੁੰਦੇ ਆ, ਕਹਿੰਦੇ ਲਓ ਜੀ ਹੁਣ ਆਪਾਂ ਕੀ ਕਰੀਏ ਜੀ? ਆਪਾਂ ਚਲਾਉਣੀ ਹੈ ਕੰਪੇਨ ਚੋਣ ਜਿੱਤਣ ਵਾਸਤੇ। ਤੇ ਕੰਪੇਨ ਆਪਾਂ ਕਾਹਦੇ ਤੇ ਚਲਾਈਏ? ਚਿਹਰੇ ਤੇ ਚਲਾਈਏ ਜਾਂ ਆਪਾਂ ਮੁੱਦਿਆਂ ਤੇ ਚਲਾਈਏ? ਜਦੋਂ ਕਿਹਾ ਚਿਹਰੇ ਤੇ ਚਲਾਈਏ ਜਾਂ ਮੁੱਦਿਆਂ ਤੇ ਚਲਾਈਏ ਤੇ ਨਵਜੋਤ ਸਿੰਘ ਸਿੱਧੂ ਨੇ ਨਾਲ ਦੀ ਨਾਲ ਹੀ ਮੋੜਵਾ ਬਾਰ ਕਰਤਾ। ਕਹਿੰਦਾ ਫੋਟੋਆਂ ਵਾਲਿਆਂ ਤੋਂ ਕਰਾ ਲਓ ਫਿਰ। ਉਹ ਕਹਿੰਦਾ ਜੀ ਘਰ ਘਰ ਫੋਟੋਆਂ ਲੱਗੀਆਂ ਪਈਆਂ, ਚਵਾਰਿਆਂ ਤੇ ਫੋਟੋਆਂ ਲੱਗੀਆਂ ਪਈਆਂ, ਚਿਹਰੇ ਤੇ ਤਾਂ ਕੰਪੇਨ ਚੱਲੀ ਜਾਂਦੀ ਹੈ, ਵੋਟਾਂ ਚਿਹਰੇ ਤੋਂ ਹੀ ਲੈ ਲਓ। ਚਿਹਰੇ ਤੇ ਪਵਾ ਲਿਓ ਵੋਟਾਂ। ਮਤਲਬ ਉਹਦਾ ਸੀ ਕਿ ਚੰਨੀ ਸਾਹਿਬ ਤੇ ਕਰਾ ਲਓ, ਤਾਂ ਘਰ ਘਰ ਚੱਲਦੀ ਇੱਕੋ ਗੱਲ। ਚੰਨੀ ਕਰਦਾ ਮਸਲੇ ਹੱਲ ਵੀ, ਇਹ ਵੀ ਮਸਲਾ ਇਸੇ ਤੋਂ ਹੱਲ ਕਰਵਾ ਲਿਓ। ਮੁੱਦਿਆਂ ਤੇ ਗੱਲ ਕਰਨੀ ਹੈ, ਚਲੋ ਕਹਿੰਦੇ ਫੇਰ ਗੱਲ ਕਰ ਲਾਂਗੇ। ਉਹ ਗੱਲ ਉਹਨਾਂ ਦੀ ਰਹਿ ਗਈ ਵਿੱਚੇ ਜੀ। ਕੱਲ ਜੀ ਫੇਰ ਰੱਖ ਲਈ ਸਕਰੀਨਿੰਗ ਕਮੇਟੀ ਦੀ ਮੀਟਿੰਗ। ਸਕਰੀਨਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਪਹੁੰਚ ਗਏ ਆਪਣੇ ਨਾਗਰਾਜ ਸਾਹਿਬ ਵੀ ਜੀ। ਸ਼ਾਇਦ ਉਹ ਵੀ ਮੈਂਬਰ ਹੋਣਗੇ। ਹਾਂ, ਉਹ ਤੋਂ ਪਹਿਲਾਂ ਤੁਸੀਂ ਦੇਖੋ ਨਾ ਕਿ ਰਾਏਕੋਟ ਦੇ ਵਿੱਚ ਇੱਕ ਜਲਸਾ ਹੋਇਆ ਸੀ ਜੀ, ਇੱਕ ਕਾਨਫਰੰਸ ਹੋਈ ਸੀ ਉੱਥੇ। ਰਾਏਕੋਟ ਦੇ ਹੀ ਜਿਹੜਾ ਕਾਨਫਰੰਸ ਸੀ ਉਹਦੇ ਵਿੱਚ ਗਏ ਸੀ ਨਵਜੋਤ ਸਿੰਘ ਸਿੱਧੂ ਜੀ। ਕਿਸੇ ਜ਼ਮਾਨੇ ਦੇ ਵਿੱਚ ਰਾਏਕੋਟ ਤੋਂ ਖੜੇ ਹੋਏ ਸੀ ਪਾਰਲੀਮੈਂਟ ਦੇ ਮੈਂਬਰ 2017 ਦੇ ਵਿੱਚ ਡਾਕਟਰ ਅਮਰ ਸਿੰਘ ਤੇ ਅਮਰ ਸਿੰਘ ਗਏ ਸੀ ਹਾਰ। ਮੈਂਬਰ ਪਾਰਲੀਮੈਂਟ ਕੇ ਐਮਐਲਏ ਹਾਰ ਗਏ ਸੀ। ਐਮਐਲਏ ਹਾਰ ਗਏ ਸੀ। ਫਿਰ ਇਹਨੂੰ ਪਾਰਲੀਮੈਂਟ ਦੀ ਟਿਕਟ ਦਿੱਤੀ 2019 ਚ। ਪਾਰਲੀਮੈਂਟ ਗਏ ਇਹ ਜਿੱਤ। ਔਰ ਜਗਤਾਰ ਸਿੰਘ ਹਿੱਸੋਵਾਲ ਜਿੱਤ ਗਿਆ ਸੀ ਉੱਥੋਂ ਐਮਐਲਏ ਆਮ ਆਦਮੀ ਪਾਰਟੀ ਦਾ। ਹੁਣ ਅਮਰ ਸਿੰਘ ਜਗਤਾਰ ਸਿੰਘ ਕਾਂਗਰਸ ਪਾਰਟੀ ਜੁਆਇਨ ਕਰ ਗਿਆ। ਕਾਂਗਰਸ ਪਾਰਟੀ ਜੁਆਇਨ ਵੀ ਉਹਨੇ ਕੀਤੀ ਹੈ ਵਿਧਾਨ ਸਭਾ ਦੇ ਵਿੱਚ ਹੀ ਜੀ। ਇਹ ਕਹਿੰਦਾ ਸੀ ਜੀ ਬੰਦਾ ਬਹੁਤ ਵਧੀਆ ਚੰਨੀ ਸਾਹਿਬ, ਤੇ ਫਿਰ ਸ਼ਾਇਦ ਇੱਥੇ ਕਿਤੇ ਨੇੜੇ ਤੇੜੇ ਆ ਕੇ ਉਹਨਾਂ ਨੇ ਜੁਆਇਨ ਕਰ ਲਈ ਸੀ, ਆਪਣੇ ਗੱਲ ਦੇ ਵਿੱਚ ਪਵਾ ਲਿਆ ਸੀ। ਤੁਸੀਂ ਆਦੇ ਹੁੰਦੇ ਹੋ ਕੀ ਉਹਨੂੰ ਸਾਫਾ ਪਵਾ ਲਿਆ ਸੀ ਗੱਲ 'ਚ। ਸਾਫਾ ਪਾਉਣ ਤੋਂ ਬਾਅਦ ਹੁਣ ਆਪਦੇ ਜਣੇ ਤੋਂ ਕੈਂਡੀਡੇਟ ਬਣਿਆ ਬੈਠਾ ਸੀ ਕਿ ਟਿਕਟ ਮੈਨੂੰ ਦੇਣਗੇ ਜੀ। ਕੱਲ ਜਦੋਂ ਫਿਰ ਉੱਥੇ ਗਏ ਸਿੱਧੂ ਸਾਹਿਬ ਨੇ ਮੇਰਾ ਖਿਆਲ ਕਾਮਲ ਕੇ ਕਾਬਿਲ ਕੁਛ ਇਹੋ ਜਿਹਾ ਨਾਂ ਹੈ ਮੁੰਡੇ ਦਾ ਜੀ, ਡਾਕਟਰ ਅਮਰ ਸਿੰਘ ਦੇ ਮੁੰਡੇ ਦਾ। ਉਹਦਾ ਹੱਥ ਫੜ ਕੇ ਕਹਿੰਦਾ ਵੀ ਇਹ ਸਭ ਤੋਂ ਕਾਬਲ ਬੰਦਾ। ਅੱਛਾ ਹੈ, ਸਭ ਤੋਂ ਕਾਬਲ ਬੰਦਾ ਹੈ। ਤੇ ਮਤਲਬ ਐ ਇਸ਼ਾਰੇ ਸ਼ੂਰੇ ਕਰਤੇ ਵੀ ਇਹੀ ਹੈ ਕੈਂਡੀਡੇਟ। ਇਹ ਤੋਂ ਪਹਿਲਾਂ ਉਹਨਾਂ ਨੇ ਕਈ ਕੈਂਡੀਡੇਟ ਹੋਰ ਵੀ ਡਿਕਲੇਅਰ ਕੀਤੇ ਹੈ ਜੀ। ਇੱਕ ਤਾਂ ਉਹ ਕਮਲਜੀਤ ਸਿੰਘ ਕੜਵਲ ਕੀਤਾ ਹੋਇਆ ਜੀ ਲੁਧਿਆਣੇ ਤੋਂ ਜੀ। ਇੱਕ ਆਪਣੇ ਫਤਿਹ ਜੰਗ ਸਿੰਘ ਬਾਜਵਾ ਨੂੰ ਕਾਦੀਆਂ ਤੋਂ ਕਰ ਆਏ ਸੀ। ਤੇ ਫਿਰ ਇੱਕ ਇੱਥੇ ਵੀ ਕਰਤਾ ਸੀ ਆਪਣੇ ਲਾਡੀ ਸਾਹਿਬ ਆ ਕੇ ਜੀ। ਤੇ ਚੌਥਾ ਉਹਨਾਂ ਨੇ ਜੀ ਫਿਰ ਮੇਰੇ ਖਿਆਲ ਚੌਥਾ ਜਾਂ ਪੰਜਵਾਂ ਕੱਲ ਕਰਤਾ, ਉਹ ਡਿਕਲੇਅਰ ਕਰਤਾ। ਤੇ ਉੱਥੇ ਬੈਠ ਕੇ ਗੱਲਾਂ ਵੀ ਨੇੜੇ ਨੇੜੇ ਤੋਂ ਨੇ ਵਧੀਆ ਕਰਦੇ ਸੀ ਜੀ। ਨਾਗਰਾ ਸਾਹਿਬ ਵੀ ਨਾਲ ਸੀ ਵੀ ਹਾਂਜੀ ਫਿਰ ਆਪਾਂ ਕਿਵੇਂ ਕਰੀਏ। ਤੇ ਸ਼ਾਮ ਨੂੰ ਫਿਰ ਉਹ ਕਮੇਟੀ ਦੀ ਮੀਟਿੰਗ ਸੀ ਜੀ, ਸਕਰੀਨਿੰਗ ਕਮੇਟੀ ਦੀ। ਸਕਰੀਨਿੰਗ ਕਮੇਟੀ ਜਾਂਦਿਆਂ ਸਰ ਨਾਗਰਾ ਸਾਹਿਬ ਨੇ ਬੰਬ ਚਲਾਤਾ ਜੀ। ਉਹ ਕਹਿੰਦੇ ਜੀ ਐਤਕੀ ਜਰਨੈਲਾਂ ਦੇ ਖਿਲਾਫ ਜਰਨੈਲਾਂ ਨੂੰ ਖੜੇ ਕਰੋ। ਤੇ ਜਰਨੈਲਾਂ ਦੇ ਖਿਲਾਫ ਜਰਨੈਲਾਂ ਵਾਲੀ ਗੱਲ ਕੀ ਆ ਗਈ? ਇਹ ਆ ਗਈ ਵੀ ਕੈਪਟਨ ਅਮਰਿੰਦਰ ਸਿੰਘ ਜਰਨੈਲ ਹੈ ਜੀ। ਤੇ ਮੇਰਾ ਖਿਆਲ ਇਸ਼ਾਰਾ ਇਹੀ ਸੀ ਕਿ ਅਮਰਿੰਦਰ ਸਿੰਘ ਦੇ ਖਿਲਾਫ ਫਿਰ ਖੜਾ ਕਰ ਦਿਓ ਨਵਜੋਤ ਸਿੰਘ ਸਿੱਧੂ ਨੂੰ। ਤੇ ਦੂਜੀ ਗੱਲ ਹੈ ਵੀ ਉਧਰਲੇ ਪਾਸੇ ਸੁਖਬੀਰ ਸਿੰਘ ਬਾਦਲ ਹੈ। ਉਹ ਕੈਂਡੀਡੇਟ ਹੈ। ਸੁਖਬੀਰ ਸਿੰਘ ਬਾਦਲ ਲੰਬੀ ਤੋਂ ਲੜ ਸਕਦਾ ਜਾਂ ਜਲਾਲਾਬਾਦ ਤੋਂ। ਮੇਰਾ ਖਿਆਲ ਫਿਰ ਚੰਨੀ ਸਾਹਿਬ ਨੂੰ ਆਦੇ ਹੋਣਗੇ ਤੁਸੀਂ ਨੂੰ ਉਧਰ ਨੂੰ ਤੁਰ ਜਾਓ। ਤੇ ਚੰਨੀ ਸਾਹਿਬ ਦਾ ਭਰਾ ਡਾਕਟਰ ਮਨੋਹਰ ਸਿੰਘ ਵੀ ਜੋੜੇ ਲਾਹੀ ਫਿਰਦਾ ਸੀ ਜੀ ਕਿ ਜੀ ਬੱਸੀ ਪਠਾਣਾ ਤੋਂ ਮੈਂ ਚੋਣ ਲੜਨੀ ਹੈ। ਜੋ ਉੱਥੇ ਜੀਪੀ ਦਾ ਵੀ ਅਨਾਊਂਸ ਕਰਤਾ ਸਿੱਧੂ ਸਾਹਿਬ ਨੇ ਵੀ ਉਹ ਜੀਪੀ ਹੋਊਗਾ। ਇਹ ਹਿਸਾਬ ਕਿਤਾਬ ਦਾ ਜਦੋਂ ਬਰਾਬਰ ਕਰਨ ਦੀ ਗੱਲ ਆ ਗਈ ਤੇ ਲਾਲ ਸਿੰਘ ਤੁਹਾਨੂੰ ਪਤਾ ਉਹਨੂੰ ਕਾਂਗਰਸ ਪਾਰਟੀ ਦੀ ਮਾਂ ਕਹਿੰਦੇ। ਬਿਲਕੁਲ। ਉਹ ਵਿੱਚ ਬੈਠਾ ਸੀ, ਬੀਬੀ ਪਠਲੋਰੀ ਵੀ ਬੈਠੇ ਸੀ, ਚਾਹ ਚੂ ਉਹਨਾਂ ਨੂੰ ਪਿਆਤੀ। ਤੇ ਲਾਲ ਸਿੰਘ ਕਹਿੰਦਾ ਜੀ ਗੱਲ ਇਹ ਹੈ ਵੀ ਆਪਣੀ ਰਵਾਇਤ ਇਹੀ ਹੈ ਕਿ ਸਾਰੇ ਹੱਕ ਹਕੂਕ ਜਿਹੜੇ ਹੈਗੇ ਫਿਰ ਆਪਾਂ ਸਾਡੀ ਅਧਿਕਸ਼ਾ ਜੀ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਨਾ ਦੇ ਦਈਏ। ਹਾਂ ਲਓ ਜੀ ਰੈਜੂਲੇਸ਼ਨ ਪਾ ਦਿਓ। ਹੁਣ ਉੱਥੇ ਦਾਨੇ ਵਾਲੀਆ ਸਾਹਿਬ ਫਿਰ ਇੱਕ ਲਾਈਨ ਦਾ ਰੈਜੂਲੇਸ਼ਨ ਪਾਤਾ ਵੀ ਉਧਰ ਕਿ ਸਾਰੇ ਕੈਂਡੀਡੇਟ ਚੁਣਨ ਦਾ ਹੱਕ ਹੈ, ਜਿਹੜਾ ਅਧਿਕਾਰ ਹੈ, ਇਹ ਦਿੱਤੇ ਜਾਂਦੇ ਆ ਸੋਨੀਆ ਗਾਂਧੀ ਨੂੰ। ਉਹ ਹੁਣ ਅਧਿਕਾਰ ਸਾਰੇ ਸੋਨੀਆ ਗਾਂਧੀ ਕੋਲੇ ਚਲੇ ਗਏ ਜੀ। ਵੈਸੇ ਜਿਹੜਾ ਹੈਗਾ ਅਜੇ ਮਾਕਨ ਉਹ ਅਜੇ ਤੱਕ ਚੰਡੀਗੜ੍ਹ 'ਚ ਹੀ ਹੈ ਜੀ। ਰਾਏ ਮਸ਼ਵਰਾ ਉਹ ਸਾਰਿਆਂ ਨਾਲ ਕਰੀ ਜਾਂਦਾ ਕਿਹੜੀ ਟਿਕਟ ਕਿਹਨੂੰ ਕਿੱਥੋਂ ਦਿੱਤੀ ਜਾਵੇ, ਕਿਹੜੇ ਕੈਂਡੀਡੇਟ ਨੂੰ ਕਿੱਥੋਂ ਕਿਵੇਂ ਐਡਜਸਟ ਕੀਤਾ ਜਾਵੇ, ਵੱਡੇ ਲੀਡਰਾਂ ਨੂੰ ਕਿਵੇਂ ਐਡਜਸਟ ਕੀਤਾ ਜਾਵੇ। ਉਹ ਗੱਲਾਂ ਬਾਤਾਂ ਕਰ ਰਿਹਾ, ਧੜਿਆਂ ਨੂੰ ਵੀ ਕਿਵੇਂ ਨੁਮਾਇੰਦਗੀ ਦੇਣੀ ਹੈ। ਗੱਲਬਾਤ ਤਾਂ ਉਹ ਚੱਲਦੀ ਹੈ, ਪਰ ਉਹ ਗੱਲਬਾਤ ਫਾਈਨਲ ਹੁੰਦੀ ਕਿਵੇਂ ਹੈ। ਤੇ ਇਹਦੇ 'ਚ ਦਾਨੇ ਵਾਲੀਆ ਸਾਹਿਬ ਅਗਲੀ ਗੱਲ ਵੀ ਅਮਰਿੰਦਰ ਸਿੰਘ ਦੀ ਜਿਹੜੀ ਕਹਿੰਦੇ ਨਿਗਾਹ ਉਹ ਇਸ ਗੱਲ ਦੇ ਉੱਤੇ ਆ ਵੀ ਕਾਂਗਰਸ ਪਾਰਟੀ ਕਦੋਂ ਡਿਕਲੇਅਰ ਕਰਦੀ ਹੈ। ਇਹ ਰੌਲਾ ਵੀ ਪਿਆ ਇਸ ਗੱਲ ਦੇ ਵਿੱਚ ਕਿ ਪਿਛਲੀ ਵਾਰੀ ਜਾਖੜ ਸਾਹਿਬ ਨੇ ਕਿਹਾ ਕਿ ਪਿਛਲੀ ਵਾਰੀ ਅਸੀਂ ਦਸੰਬਰ ਦੇ ਅੱਧ ਵਿੱਚ ਦਸੰਬਰ ਮਹੀਨੇ 'ਚ 50% ਕੈਂਡੀਡੇਟਸ ਦਾ ਫੈਸਲਾ ਕਰ ਲਿਆ ਸੀ ਪਰ ਉਹ ਵੀ ਕਹਿੰਦੇ ਲੇਟ ਸੀ। ਤੇ ਹੁਣ ਤਾਂ ਕਹਿੰਦੇ ਆਪਾਂ ਅਜੇ ਗੋੜੇ 'ਚ ਪੂਣੀ ਨਹੀਂ ਕੱਤੀ, ਫੈਸਲਾ ਆਪਣਾ ਕੋਈ ਹੋਇਆ ਨਹੀਂ ਜੀ। ਅਮਰਿੰਦਰ ਸਿੰਘ
ਘਾਤ ਲਾਈ ਬੈਠਾ ਹੈ ਕਿ ਇੱਕ ਨੂੰ ਟਿਕਟ ਦੇਣਗੇ ਨਾ 117 ਨੂੰ ਟਿਕਟ ਦੇਣਗੇ ਜੀ, ਤੇ ਹਰ ਹਲਕੇ 'ਚੋਂ 3-3 4-4 ਜਣੇ ਹੈਗੇ ਤੇ ਫਿਰ ਬੰਦੇ ਉਧਰ ਨੂੰ ਵੀ ਆਉਣਗੇ। ਤੇ ਜੇ ਪਿਛਲੇ ਦਿਨਾਂ 'ਚ ਆਪਾਂ ਦਾਨੇਵਾਲੀਆ ਸਾਹਿਬ ਦੇਖੀਏ ਤੇ ਕਿੰਨਾ ਕੁਛ ਹੋ ਗਿਆ। ਮੈਨੂੰ ਤਾਂ ਕੱਲ ਹੈਰਾਨਗੀ ਹੋਈ ਜੀ, ਕੱਲ ਜਦੋਂ ਮੈਂ ਰਿਕਾਰਡ ਕੱਢ ਕੇ ਦੇਖਿਆ ਕਿ ਫਾਜ਼ਿਲਕਾ ਸੀਟ ਤੋਂ ਉਹ ਕੁੜੀ ਹੈ ਆਪਣੇ ਦੀ ਮੁੰਡਾ ਜਿਹੜਾ ਸੀ ਉਹ ਗੈਂਗਸਟਰ ਸੀਗਾ ਰੌਕੀ, ਹਾਂਜੀ, ਉਹਦੀ ਭੈਣ ਦੀ ਭੈਣ ਜਿਹੜੀ ਉਹ ਕੈਪਟਨ ਦੇ ਨਾਲ ਚਲੀ ਗਈ। ਮੈਂ ਕਿਹਾ ਯਾਰ ਉਹ ਰੌਕੀ ਤਾਂ ਖੜਾ ਹੋਇਆ ਸੀ, ਉਹ ਕਿ ਮੈਨੂੰ ਕਿਸੇ ਮੁੰਡੇ ਨੇ ਦੱਸਿਆ ਕਿ ਉਹ ਖੜੀ ਹੋਈ ਸੀ, ਉਹ ਵੀ ਖੜੀ ਹੋਈ ਸੀ, ਲੈ ਗਈ ਆਜ਼ਾਦ ਬਹੁਤ ਵੋਟਾਂ ਲੈ ਗਈ, 38000 ਵੋਟਾਂ ਲੈ ਗਈ ਸੀ, ਬਹੁਤ ਚੰਗੇ ਵੋਟਾਂ, 38000 ਵੋਟਾਂ ਉਹ ਲੈ ਗਈ ਤੇ ਮੇਰਾ ਖਿਆਲ ਆ ਵੀ 200-300 ਵੋਟਾਂ ਦੇ ਉੱਤੇ ਘੁਬਾਇਆ ਜਿੱਤਿਆ ਤੇ ਸੁਰਜੀਤ ਕੁਮਾਰ ਜਿਆਣੀ ਹਾਰਿਆ ਲਗਭਗ ਬਰਾਬਰੀ ਸੀ ਜੀ, ਤੇ ਸੁਰਜੀਤ ਕੁਮਾਰ ਜਿਆਣੀ ਦੇ ਬਰਾਬਰ ਜਿਹੀ ਹੋ ਗਈ ਹੈ, ਥੋੜਾ ਫਰਕ ਹੀ ਹੈ। ਜੇ ਹੁਣ ਇਹੋ ਜਿਹੇ ਕੈਂਡੀਡੇਟ ਜਾਣ ਲੱਗੇ ਆਪਾਂ ਹੁਣ ਕਈ ਵਾਰੀ ਇਹ ਸੋਚਦੇ ਸੀ ਕਿ ਮੈਨੂੰ ਕੱਲ ਹੋਰ ਪਤਾ ਲੱਗਿਆ ਵੀ ਗਿੱਦੜਬਾਹਾ ਦੇ ਉੱਤੇ ਆਪਾਂ ਕਹਿੰਦੇ ਸੀ ਜੀ ਇੱਥੇ ਇਧਰਲੇ ਪਾਸੇ ਤਾਂ ਕੋਈ ਕੈਪਟਨ ਅਮਰਿੰਦਰ ਸਿੰਘ ਦਾ ਹੈ ਹੀ ਨਹੀਂ, ਪਰ ਉੱਥੇ ਉਹਨੂੰ ਕਹਿੰਦੇ ਜੀ ਸੱਦ ਲਿਆ ਫਿਰ ਪੁਰਾਣਾ ਐਮਐਲਏ ਜੀ। ਕੱਲ ਮੈਨੂੰ ਲੰਬੀ ਰੈਲੀ 'ਚ ਹੀ ਪਤਾ ਲੱਗਿਆ ਵੀ ਚੌਧਰੀ ਰਘਵੀਰ ਸਿੰਘ, ਅੱਛਾ, ਉਹ ਵੀ ਪਵਾ ਲਿਆ ਸਾਫਾ ਗੱਲ 'ਚ, ਅੱਛਾ, ਉਹ ਵੀ ਪਵਾ ਲਿਆ ਜੀ ਅਮਰਿੰਦਰ ਸਿੰਘ ਵਾਲੇ ਪਾਸੇ। ਤੇ ਮੈਨੂੰ ਲੱਗਦੀ ਹੈ ਵੀ ਰਾਜਾ ਅਮਰਿੰਦਰ ਸਿੰਘ ਦੇ ਨਾਲ ਫਿਰ ਜਿਹੜਾ ਹੈਗਾ ਲੋਕ ਕਾਂਗਰਸ ਦਾ ਤੇ ਬੀਜੇਪੀ ਦਾ ਕੈਂਡੀਡੇਟ ਉਹ ਬਣ ਸਕਦਾ ਕੁਝ ਵੀ ਬਣ ਸਕਦਾ। ਔਰ ਇਹ ਪਹਿਲਾਂ ਵੀ ਆਪਾਂ ਦੇਖਿਆ ਕਿ ਉਹ ਸੰਤ ਸਿੰਘ ਕੌਣੀ ਬਰਾੜ ਵਗੈਰਾ ਇਹ ਸਾਰੇ ਇਕੱਠੇ ਇੱਕ ਗਰੁੱਪ ਹੈ ਇਹਨਾਂ ਦਾ ਹੈਗਾ ਨਾ। ਇਸ ਕਰਕੇ ਮਤਲਬ ਜਿਹੜੀ ਘਾਤ ਲਾਈ ਬੈਠੇ ਤੇ ਇਹਨਾਂ ਨੇ ਸਾਰੇ ਅਧਿਕਾਰ ਉੱਥੇ ਦੇ ਦਿੱਤੇ ਤੇ ਉਸ ਤੋਂ ਬਾਅਦ ਫਿਰ ਹੋਊਗਾ ਕੀ? ਇਹ ਖਲਾਰਾ ਦਾ ਪਊਗਾ ਜੀ ਜੀ, ਜਦੋਂ ਕੋਡ ਲੱਗ ਗਿਆ ਖਲਾਰਾ ਪੈ ਗਿਆ ਤੇ ਫਿਰ ਬਹੁਤ ਕੁਝ ਹੋਣਾ। ਦਾਨੇਵਾਲੀਆ ਸਾਹਿਬ ਇਹਦਾ ਮਤਲਬ ਮੇਰੇ ਖਿਆਲ ਮੁਤਾਬਕ ਜੇ ਇਹੀ ਕੁਝ ਕਰਨਾ ਸੀ ਫਿਰ ਕਮੇਟੀਆਂ ਬਣਾਉਣ ਦੀ ਲੋੜ ਕੀ ਸੀਗੀ? ਫਿਰ ਸਿੱਧੇ ਉੱਥੋਂ ਨਾਮਜ਼ਦ ਕਰਦਾ ਕਿ ਸੁਖਬੀਰ ਸਿੰਘ ਬਾਦਲ ਦੀ ਗੱਲ ਤਾਂ ਠੀਕ ਹੈ ਵੀ ਜਿਹੜੀਆਂ ਨੈਸ਼ਨਲ ਪਾਰਟੀਆਂ ਹੈ ਜਾਂ ਜਿਹੜੀਆਂ ਕੋਈ ਨਾ ਪਾਰਟੀਆਂ ਦੀ ਕਮਾਂਡ ਤਾਂ ਉੱਥੇ ਹੈ, ਚਲੋ ਕਮਾਂਡ ਤਾਂ ਇੱਥੇ ਵੀ ਆਪਣੇ ਤਾਂ ਖਰਗਵਾਂਢ ਚ ਨੇੜੇ ਹੀ, ਆਪਣੇ ਤਾਂ ਪਿੰਡ ਬਾਦਲ ਕੋਈ ਬਾਹਲਾ ਦੂਰ ਨਹੀਂ ਜੀ ਜੀ, ਕਮਾਂਡ ਤਾਂ ਭਾਵੇਂ ਇੱਥੇ ਹੀ ਹੈ, ਪਰ ਇਹ ਤਾਂ ਹੈ ਨਾ ਵੀ ਫੈਸਲੇ ਤਾਂ ਪੰਜਾਬ ਚ ਹੁੰਦੇ। ਬਿਲਕੁਲ ਜੀ। ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਤੁਸੀਂ ਇਸ ਵਕਤ ਮੇਰੇ ਨਾਲ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਜੁੜੇ ਹੋ ਤੇ ਟਰੱਕਰ ਵੀਰਾਂ ਲਈ ਖਾਸ ਸੂਚਨਾ, ਜਿਹੜੇ ਵੀਰ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਤੇ ਉਹ ਲੋਕਲ ਜੌਬ ਕਰਨਾ ਚਾਹੁੰਦੇ ਤਾਂ ਸ਼ੈਟਲ ਦੇ ਵਿੱਚ ਵਾਸ਼ਿੰਗਟਨ ਫਰੇਟ ਸਰਵਿਸ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ। ਇਨਕਮ ਤੁਹਾਨੂੰ ਲੌਂਗ ਹਾਲ ਜਿੰਨੀ ਹੈ ਜੀ। ਸੋ ਇੱਕ ਵਾਰੀ ਗੁਰਵਿੰਦਰ ਧਾਲੀਵਾਲ ਹੋਰਾਂ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਤੇ ਇਹ ਤਾਂ ਸੀਗੀ ਜੀ ਪੰਜਾਬ ਦੀਆਂ ਗੱਲਾਂ ਅਸੀਂ ਕੀਤੀਆਂ ਤੇ ਹੁਣ ਆਪਾਂ ਜੰਮੂ ਕਸ਼ਮੀਰ ਵੱਲ ਨੂੰ ਹੋ ਜਾਈਏ। ਕਹਿੰਦੇ ਹੁਣ ਅੱਜ ਕੱਲ੍ਹ ਚੀਫ ਜਸਟਿਸਾਂ ਤੇ ਵੀ ਸੰਵਿਧਾਨ ਦੇ ਖਿਲਾਫ ਬੋਲਣ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ। ਬਿਲਕੁਲ ਜੀ, ਜੰਮੂ ਕਸ਼ਮੀਰ ਤੇ ਲਦਾਖ ਜੀ ਇਹਨਾਂ ਦੀ ਮੇਰੇ ਖਿਆਲ ਹਾਈ ਕੋਰਟ ਕੋਈ ਹੈ ਤੇ ਉਹਦੇ ਜਿਹੜੇ ਚੀਫ ਜਸਟਿਸ ਹੈ ਉਹਨਾਂ ਦਾ ਨਾਮ ਹੈਗਾ ਪੰਕਜ ਮਿੱਥਲ ਜੀ। ਅਭਿਵਕਤਾ ਮੇਰਾ ਖਿਆਲ ਸਰਕਾਰੀ ਵਕੀਲ ਨੂੰ ਕਹਿੰਦੇ ਹੁੰਦੇ। ਹਾਂਜੀ, ਅਭਿਵਕਤਾ ਪਤਾ ਨਹੀਂ ਹਿੰਦੀ ਚ ਅਭਿਵਕਤਾ ਕਹਿੰਦੇ ਆ, ਮੇਰਾ ਖਿਆਲ ਅਟਾਰਨੀ ਕਹਿ ਲੈਣੇ ਜਿਹਨਾਂ ਨੂੰ ਆਪਾਂ ਵੀ ਸਾਰੇ ਸਰਕਾਰੀ ਵਕੀਲ ਹੋ ਜਾਂਦੇ। ਉਹਨਾਂ ਦੀ ਕਹਿੰਦੇ ਜੀ ਇੱਕ ਆਲ ਇੰਡੀਆ ਦੀ ਕਾਨਫਰੰਸ ਹੈ ਜਿਹੜੀ ਉਹ ਹੋਈ ਸੀ ਤੇ ਉਸ ਕਾਨਫਰੰਸ ਦੇ ਵਿੱਚ ਗਵਰਨਰ ਸਾਹਿਬ ਨੂੰ ਵੀ ਬੁਲਾਇਆ ਹੋਇਆ ਸੀ, ਮਿੱਥਲ ਸਾਹਿਬ ਨੂੰ ਵੀ ਆਓ ਜੀ ਤੁਸੀਂ ਬੋਲੋ ਆ ਕੇ। ਦਾਨੇਵਾਲੀਆ ਸਾਹਿਬ ਜਦੋਂ ਕੋਈ ਵੀ ਬੰਦਾ ਕੰਸਟੀਟਿਊਸ਼ਨਲ ਪੋਸਟ ਗ੍ਰਹਿਣ ਕਰਦਾ ਹੈ ਜੀ ਉਦੋਂ ਉਹਨੂੰ ਓਥ ਲੈਣੀ ਪੈਂਦੀ ਹੈ, ਚਾਹੇ ਉਹ ਪੰਚਾਇਤ ਦਾ ਮੈਂਬਰ ਹੋਵੇ ਤੇ ਚਾਹੇ ਉਹ ਦੇਸ਼ ਦਾ ਰਾਸ਼ਟਰਪਤੀ ਹੋਵੇ। ਆਮ ਤੌਰ ਤੇ ਆਪਾਂ ਜਿਹੜੇ ਕੋਈ ਰੱਬ ਦੇ ਨਾਂ ਦੇ ਉੱਤੇ ਲੈਂਦਾ, ਕੋਈ ਕਿਸੇ ਦੇ ਨਾਂ ਦੇ ਉੱਤੇ ਲੈਂਦਾ, ਲੇਕਿਨ ਸੰਵਿਧਾਨ ਦੀ ਭਾਵਨਾ ਦੇ ਮੁਤਾਬਕ ਚੱਲਣ ਦਾ ਨਿਰਣਾ ਹਰ ਇੱਕ ਬੰਦੇ ਵੱਲੋਂ ਲੈ ਜਾਂਦਾ ਕਿ ਮੈਂ ਸੰਵਿਧਾਨ ਦੀ ਰਾਖੀ ਕਰੂੰਗਾ ਜੀ। ਹੁਣ ਸਾਡਾ ਸੰਵਿਧਾਨ ਜਿਹੜਾ ਹੈਗਾ ਇਹ ਸੰਵਿਧਾਨ ਬਣਾਇਆ, ਸੰਵਿਧਾਨ ਦੇ ਵਿੱਚ ਅਮੈਂਡਮੈਂਟਸ ਵੀ ਬੜੀਆਂ ਹੋਈਆਂ ਵੀ ਹੈ, ਲੇਕਿਨ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਦੋ ਚੀਜ਼ਾਂ ਲਿਖੀਆਂ ਹੋਈਆਂ ਕਿ ਇਹ ਦੇਸ਼ ਜਿਹੜਾ ਹੈਗਾ ਸੈਕੂਲਰ ਜੀ ਤੇ ਧਰਮ ਨਿਰਪੱਖ ਹੈ। ਅਭਿਵਕਤੀ ਤਾਂ ਐਕਸਪ੍ਰੈਸ ਕਰਨਾ ਹੁੰਦਾ ਜੀ, ਅਭਿਵਕਤਾ ਪ੍ਰਵਕਤਾ ਅਭਿਵਕਤਾ ਇਹ ਕਹਿ ਸਕਦੇ ਹਾਂ ਆਪਾਂ ਉਹਨੂੰ ਵਕੀਲ ਹੀ ਹੁੰਦੇ ਜੀ। ਹਾਂ ਜੀ, ਖੋਜ ਵਿਸ਼ਲੇਸ਼ਣ ਉਦਾਹਰਨ ਦੇ ਤੌਰ ਦੇ ਉੱਤੇ ਕਹਿ ਸਕਦੇ ਹਾਂ। ਮੀਨਿੰਗ ਜੀ ਹੈ ਅਭਿਵਕਤਾ ਵੀ ਆਪਦੀਆਂ ਜਿਹੜੀਆਂ ਨਾ ਉਹ ਭਾਵਨਾਵਾਂ ਦਲੀਲ ਦੇਣੀ। ਮੇਰਾ ਖਿਆਲ ਸਰਕਾਰੀ ਵਕੀਲਾਂ ਨੂੰ ਕਹਿ ਦਿੰਦੇ ਹੁਣ, ਮੈਨੂੰ ਨਹੀਂ ਪਤਾ, ਆਪਾਂ ਨੂੰ ਮੇਰਾ ਵੀ ਹਿੰਦੀ ਤੋਂ ਹੱਥ ਤੰਗੀ ਹੈ, ਮੈਨੂੰ ਵੀ ਇਹੀ ਹੱਥ ਤਾਂ ਮੇਰਾ ਵੀ ਤੰਗੀ ਹੈ, ਪਰ ਉਹ ਲੱਗਦਾ ਵੀ ਉਹੀ ਹੈ। ਉਹਨਾਂ ਦੀ ਆਲ ਇੰਡੀਆ ਦੀ ਕਾਨਫਰੰਸ ਸੀ। ਸੋ ਜਦੋਂ ਮਤਲਬ ਆਪਾਂ ਗੱਲ ਕਰਦੇ ਕਿ ਕੰਸਟੀਟਿਊਸ਼ਨ ਦੇ ਮੁਤਾਬਕ ਚੱਲਣ ਦੀ ਗੱਲ ਕੀਤੀ ਹੈ ਔਰ ਗਵਰਨਰ ਸਾਹਿਬ ਜਿਹੜੇ ਹੈਗੇ ਹੈ, ਗਵਰਨਰ ਸਾਹਿਬ ਵੀ ਇਹਨਾਂ ਨੂੰ ਜਿਹੜੀ ਓਥ ਗ੍ਰਹਿਣ ਕਰਾਉਂਦੇ ਆ ਉਹ ਹਾਈ ਕੋਰਟ ਦੇ ਚੀਫ ਜਸਟਿਸ ਕਰਾਉਂਦੇ ਜੀ।
ਤੇ ਜਾਂ ਜਿਹੜੇ ਹੈਗੇ ਆ ਚੀਫ ਜਸਟਿਸ ਆ ਉਹਨਾਂ ਨੂੰ ਗਵਰਨਰ ਸਾਹਿਬ ਕਰਾਉਂਦੇ। ਜਦੋਂ ਗਵਰਨਰ ਨਵਾਂ ਆਉਂਦਾ ਹੈ ਜੀ, ਤੁਸੀਂ ਦੇਖਿਆ ਵੀ ਉਹਨੂੰ ਚੀਫ ਜਸਟਿਸ ਆਫ ਜਿਹੜਾ ਹਾਈ ਕੋਰਟ ਹਾਂ ਬਿਲਕੁਲ ਉਹੀ ਉਹ ਕਰਵਾਉਂਦਾ, ਉਹਨੂੰ ਕੋਈ ਚੀਫ ਸੈਕਟਰੀ ਵਗੈਰਾ ਨਹੀਂ, ਚੀਫ ਸੈਕਟਰੀ ਵਾਰੰਟ ਪੜ੍ਹਦਾ ਹੈ ਜੀ ਕਿ ਮਾਨਯੋਗ ਜਿਹੜਾ ਰਾਸ਼ਟਰਪਤੀ ਜੀ ਨੇ ਆਹ ਵਾਰੰਟ ਜਾਰੀ ਕੀਤਾ, ਇਸ ਵਾਰੰਟ ਦੇ ਮੁਤਾਬਕ ਇਹ ਗੱਲ ਕਰ ਦਿਓ। ਤੇ ਜਦੋਂ ਚੀਫ ਜਸਟਿਸ ਉਹਨੂੰ ਗਵਰਨਰ ਨੂੰ ਸਹੁੰ ਚੁਕਵਾਉਂਦਾ ਤੇ ਇਹਦਾ ਮਤਲਬ ਹੈ ਉਹਦਾ ਰੁਤਬਾ ਕਿੱਡਾ ਵੱਡਾ ਹੈ। ਜੀ ਜੀ, ਕੰਸਟੀਟਿਊਸ਼ਨਲ ਪੋਸਟ ਹੈ, ਜੇ ਚੀਫ ਜਸਟਿਸ ਨੂੰ ਲਾਉਣਾ ਹੈ ਜਾਂ ਕਿਸੇ ਵੀ ਜੱਜ ਨੂੰ ਲਾਉਣਾ, ਉਹਦੇ ਖਿਲਾਫ ਇੰਪੀਚਮੈਂਟ ਆਉਂਦੀ ਜੀ ਜੀ, ਔਰ ਇੰਪੀਚਮੈਂਟ ਜਿਹੜੀ ਹੈਗੀ ਉਹ ਪਾਰਲੀਮੈਂਟ ਚੋਂ ਜਿਹੜੀ ਆ ਪਾਸ ਹੋਣੀ ਜ਼ਰੂਰੀ ਹੈ। ਰੇਅਰ ਇਹ ਜੀ ਆਉਂਦੀ ਹੈ ਤੇ ਮੇਰਾ ਖਿਆਲ ਪਾਸ ਕਿਤੇ ਹੁੰਦੀ ਹੈ, ਮੇਰੇ ਤਾਂ ਯਾਦ ਨਹੀਂ ਕੋਈ ਜੇ ਪਾਸ ਹੋਈ ਹੋਵੇ। ਇਹਨਾਂ ਨੇ ਜੀ ਜਦੋਂ ਉਸ ਕਾਨਫਰੰਸ ਨੂੰ ਐਡਰੈਸ ਕਰਦੇ ਸੀ ਨਾ, ਉੱਥੇ ਇਹਨਾਂ ਨੇ ਇੱਕ ਗੱਲ ਕਹਿਤੀ ਤੇ ਉਹ ਗੱਲ ਬੜੀ ਇਤਰਾਜ਼ਯੋਗ ਹੈ ਜੀ। ਇਹ ਕਹਿੰਦੇ ਵੀ ਸਾਡਾ ਜਿਹੜਾ ਸੰਵਿਧਾਨ ਹੈ, ਸੰਵਿਧਾਨ ਦੇ ਵਿੱਚ ਜਿਹੜੇ ਦੋ ਸ਼ਬਦ ਪਾਏ ਹੈ ਨਾ, ਸੋਸ਼ਲਿਜ਼ਮ ਤੇ ਆਪਣੀ ਸੈਕੂਲਰਿਜ਼ਮ ਤੇ ਸੋਸ਼ਲਿਜ਼ਮ ਜੀ, ਇਹਨੇ ਕਹਿੰਦੇ ਭਾਰਤ ਦੀ ਜਿਹੜੀ ਅਧਿਆਤਮਕ ਪਛਾਣ ਹੈ ਜੀ, ਉਹਦੇ ਦਾਇਰੇ ਨੂੰ ਤੰਗ ਕਰਤਾ। ਸਪਿਰਿਚੁਅਲ ਜਿਹੜੀ ਹੈਗੀ ਆਇਡੈਂਟੀਟੀ ਨੂੰ ਉਹਨੂੰ ਕਹਿੰਦੇ ਤੰਗ ਕਰਤਾ। ਇਹ ਮਾਫ ਨਾ ਕਰਨਯੋਗ ਅਪਰਾਧ ਹੀ ਨਹੀਂ ਹੈਗਾ, ਸਗੋਂ ਇਹ ਕੰਸਟੀਟਿਊਸ਼ਨ ਦੀ ਜਿਹੜੀ ਹੈ ਚੁੱਕੀ ਹੋਈ ਸਹੁੰ ਦੀ ਵੀ ਅਵਗਿਆ ਹੈ ਜੀ। ਔਰ ਜੇ ਗਵਰਨਰ ਸਾਹਿਬ ਇਹ ਗੱਲ ਕਹਿੰਦੇ ਆ ਜਾਂ ਆਪਣਾ ਚੀਫ ਜਸਟਿਸ ਕਹਿੰਦੇ ਆ ਜਿਹੜੇ ਕੰਸਟੀਟਿਊਸ਼ਨਲ ਪੋਸਟ ਤੇ ਬੈਠੇ ਆ ਜੀ ਜੀ, ਇਹਦਾ ਮਤਲਬ ਕਿਸੇ ਇੱਕ ਖਾਸ ਕਿਸਮ ਦੀ ਆਈਡੀਓਲੋਜੀ ਹੈ ਜਿਹੜੀ ਉਹਨੂੰ ਪ੍ਰਮੋਟ ਕਰਦੇ, ਬਿਲਕੁਲ ਉਹਦਾ ਪ੍ਰਚਾਰ ਪ੍ਰਸਾਰ ਕਰਦੇ ਆ। ਔਰ ਸਾਡਾ ਕੰਸਟੀਟਿਊਸ਼ਨ ਦੀ ਜਿਹੜੀ ਆਈਡੀਓਲੋਜੀ ਹੈ ਉਹ ਤਾਂ ਸੈਕੂਲਰਿਜ਼ਮ ਤੇ ਸੋਸ਼ਲਿਜ਼ਮ ਆ ਗਿਆ ਜੀ ਜੀ, ਧਰਮ ਨਿਰਪੱਖਤਾ ਆ ਗਈ, ਸੈਕੂਲਰਿਜ਼ਮ ਸੋਸ਼ਲਿਜ਼ਮ ਆ ਗਿਆ, ਇਹ ਦੋ ਚੀਜ਼ਾਂ ਆ ਗਈਆਂ। ਇਹ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਗੱਲ ਬੜੀ ਇਤਰਾਜ਼ਯੋਗ ਹੈ ਜੀ। ਇਹਦੇ ਤੇ ਜੀ ਕੱਲ CPIM ਦੇ ਜਨਰਲ ਸੈਕਟਰੀ ਹੈ ਸੀਤਾਰਾਮ ਜੈਚਰੀ, ਅੱਛਾ ਜੀ, ਉਹਨਾਂ ਨੇ ਡਿਮਾਂਡ ਕੀਤੀ ਹੈ ਦੇਸ਼ ਦੇ ਰਾਸ਼ਟਰਪਤੀ ਤੋਂ, ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੈ ਕਿ ਕੰਸਟੀਟਿਊਸ਼ਨ ਦੀ ਅਵਗਿਆ ਕੀਤੀ ਹੈ ਜੀ, ਇੱਕ ਵਿਸ਼ੇਸ਼ ਸੰਵਿਧਾਨ ਵਿਸ਼ੇਸ਼ ਜਿਹੜੀ ਵਿਚਾਰਧਾਰਾ ਉਹਨੂੰ ਪ੍ਰਮੋਟ ਕੀਤਾ ਹੈ। ਇਸ ਲਈ ਜਿਹੜਾ ਬੰਦਾ ਕੰਸਟੀਟਿਊਸ਼ਨ ਦੀ ਅਵਗਿਆ ਕਰਦਾ, ਕੰਸਟੀਟਿਊਸ਼ਨ ਦੀ ਸਹੁੰ ਚੁੱਕੀ ਹੋਈ ਹੈ, ਉਹਦੇ ਤੋਂ ਇਨਸਾਫ ਦੀ ਆਸ ਨਹੀਂ ਕੀਤੀ ਜਾ ਸਕਦੀ, ਇਸ ਲਈ ਉਹਨੂੰ ਤੁਰੰਤ ਅਹੁਦੇ ਤੋਂ ਹਟਾਇਆ ਜਾਵੇ। ਹੁਣ ਕੀ ਅਹੁਦੇ ਤੋਂ ਹਟਾਇਆ ਜਾਊਗਾ? ਉਹਦਾ ਇੰਪੀਚਮੈਂਟ ਹੋਊਗੀ। ਨਹੀਂ, ਇੰਪੀਚਮੈਂਟ ਵੈਸੇ ਰਾਸ਼ਟਰਪਤੀ ਮੇਰਾ ਖਿਆਲ ਹੈ ਵੀ ਇੰਪੀਚਮੈਂਟ ਵੀ ਹੋਵੇ ਇਸ ਗੱਲ ਦੇ ਉੱਤੇ ਕਰ ਸਕਦੇ ਆ ਰਾਸ਼ਟਰਪਤੀ। ਕੀ ਰਾਸ਼ਟਰਪਤੀ ਕਰਨਗੇ? ਇਹਦੀ ਮੈਂ ਇੱਕੋ ਮਿਸਾਲ ਦੇਣਾ ਤੁਹਾਨੂੰ ਕਿਉਂ ਹੈ। 2-3 ਦਿਨ ਪਹਿਲਾਂ ਕਾਸ਼ੀ ਜੀ ਦੇ ਵਿੱਚ ਇੱਕ ਸਮਾਗਮ ਹੋਇਆ ਸੀਗਾ ਜੀ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਉੱਥੇ ਗਏ ਸੀ। ਪ੍ਰਧਾਨ ਮੰਤਰੀ ਸਾਹਿਬ ਨੇ ਕਹਿੰਦੇ ਵੀ ਅੱਧੀ ਦਰਜਨ ਵਾਰ ਜੀ ਆਪਣੇ ਕੱਪੜੇ ਚੇਂਜ ਕੀਤੇ ਦਿਨ ਚ ਉਹਨਾਂ ਨੇ ਦਿਖਾਇਆ ਵੀ ਭਾਈ ਮੈਂ ਕਿਹੋ ਜਿਹਾ, ਮਤਲਬ ਉਹਨਾਂ ਨੇ ਉਸ ਤਰ੍ਹਾਂ ਦੀ ਐਨ ਪੂਰੀ ਤਰ੍ਹਾਂ ਜਿਹਨੂੰ ਕभी ਭਗਤੀ ਦੇ ਰੰਗ ਚ ਰੰਗੇ ਗਏ, ਫਿਲਮੀ ਮਤਲਬ ਜਿਹੜਾ ਹੈਗਾ ਉਹ ਵੀ ਕਹਿ ਸਕਦੇ ਆਪਾਂ ਵੀ ਉਹਨਾਂ ਨੇ ਆਪਣੀ ਅਦਾਕਾਰੀ ਵੀ ਪੂਰੀ ਵਧੀਆ ਕੀਤੀ ਜੀ। ਤੇ ਵੱਡੀ ਗੱਲ ਹੈ ਕਿ ਇਕੱਲੇ ਪ੍ਰਧਾਨ ਮੰਤਰੀ ਨਹੀਂ ਗਏ, ਸਗੋਂ BJP ਦੀਆਂ ਸਟੇਟ ਜਿਹੜੀਆਂ ਰੂਲਡ ਸਟੇਟਾਂ ਜੀ ਉਹਨਾਂ ਦੇ ਮੁੱਖ ਮੰਤਰੀਆਂ ਨੂੰ ਵੀ ਉਚੇਚੇ ਤੌਰ ਤੇ ਬੁਲਾਇਆ ਸੀ। ਤੇ ਜੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਜਾ ਕੇ ਉੱਥੇ ਧਾਰਮਿਕ ਰੰਗਣ ਦੇ ਵਿੱਚ ਰੰਗੇ ਜਾਂਦੇ ਹੈ ਜੀ ਜੀ, ਇੱਕ ਵਿਸ਼ੇਸ਼ ਧਰਮ ਦੇ ਮਤਲਬ ਜਿਹੜੇ ਹੈਗੇ ਪੈਰੋਕਾਰਾਂ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਦਰਸਾਉਂਦੇ ਹੈ, ਤਾਂ ਫਿਰ ਤਾਂ ਇਹਦਾ ਮਤਲਬ ਹੈ ਕਿ ਜਿਹੜੀ ਤੁਸੀਂ ਇੱਕ ਵਾਰੀ ਗੱਲ ਕੀਤੀ ਸੀ ਨਾ ਕਿ ਇੱਕ ਨਵਾਂ ਕੰਸਟੀਟਿਊਸ਼ਨ ਲਿਖਿਆ ਜਾ ਚੁੱਕਿਆ ਹੈ ਤੇ ਉਹਨੂੰ ਇੰਪਲੀਮੈਂਟ ਕਰਨਾ ਹੀ ਰਹਿ ਗਿਆ। ਉਹ ਕੰਸਟੀਟਿਊਸ਼ਨ ਦੀਆਂ ਕਾਪੀਆਂ ਸੋਸ਼ਲ ਮੀਡੀਆ ਦੇ ਉੱਤੇ ਮੇਰੇ ਖਿਆਲ ਪਈਆਂ ਵੀ ਹੈ ਜੀ। ਗੱਲ ਬਿਲਕੁਲ ਉਸ ਪਾਸੇ ਨੂੰ ਵੱਧ ਰਹੀ ਹੈ ਜੀ। ਔਰ ਇਹ ਕੋਈ ਛੋਟੀ ਗੱਲ ਨਹੀਂ, ਜੰਮੂ ਕਸ਼ਮੀਰ ਵਰਗੀ ਸਟੇਟ ਹੋਵੇ ਜੀ ਜੀ, ਉੱਥੋਂ ਦੀ ਹਾਈ ਕੋਰਟ ਦਾ ਚੀਫ ਜਸਟਿਸ ਇਹ ਕਵੇ ਕਿ ਜੀ ਜਿਹੜੀ ਆ ਸੈਕੂਲਰਿਜ਼ਮ ਤੇ ਸੋਸ਼ਲਿਜ਼ਮ ਇਹਨਾਂ ਦੋ ਸ਼ਬਦਾਂ ਨੇ ਸਾਡੀ ਜਿਹੜੀ ਹੈ ਧਾਰਮਿਕ ਪਛਾਣ ਹੈ ਜੀ, ਸਪਿਰਿਚੁਅਲ ਜਿਹੜੀ ਸਾਡੀ ਹੈਗੀ ਹੈ ਆਇਡੈਂਟੀਟੀ ਉਹ ਖਤਮ ਕਰਤੀ ਹੈ ਜਾਂ ਉਹਦਾ ਦਾਇਰਾ ਜਿਹੜਾ ਬੜਾ ਭੀੜਾ ਕਰਤਾ ਜੀ ਜੀ। ਤਾਂ ਇਹ ਤਾਂ ਬਹੁਤ ਪਾਸੇ ਬੁਰੇ ਪਾਸੇ ਨੂੰ ਗੱਲ ਜਾ ਰਹੀ ਹੈ ਜੀ। ਤੇ ਹੁਣ ਆਪਾਂ ਕਰਨਾਟਕ ਵੱਲ ਨੂੰ ਹੋ ਜਾਈਏ ਜੀ। ਉੱਥੇ ਕਹਿੰਦੇ ਵਿਧਾਇਕ ਨੇ ਚੰਦ ਚੜਾਤਾ ਵਿਧਾਨ ਸਭਾ 'ਚ। ਵਿਧਾਇਕ ਕੋਈ ਮਾੜਾ ਮੋਟਾ ਵਿਧਾਇਕ ਨਹੀਂ ਜੀ। ਅੱਛਾ, ਉਹ ਵਿਧਾਇਕ ਵਿਧਾਨ ਸਭਾ ਦਾ ਸਪੀਕਰ ਵੀ ਰਿਹਾ। ਅੱਛਾ ਜੀ, ਜਿਹੜਾ ਸਪੀਕਰ ਰਿਹਾ ਤਾਂ ਸਾਰੇ ਕਹਿੰਦੇ ਉਹਨੇ ਕਿਸਾਨਾਂ ਦੇ ਮੁੱਦੇ ਦੇ ਉੱਤੇ ਮੰਗਿਆ ਟਾਈਮ। ਅੱਛਾ ਜੀ, ਜਿਹੜੇ ਇਸ ਵੇਲੇ ਦੇ ਸਪੀਕਰ ਉਹਨਾਂ ਨੂੰ ਕਹਿੰਦਾ ਜੀ ਮੈਨੂੰ ਬੋਲਣ ਵਾਸਤੇ ਟਾਈਮ ਦਿਓ। ਟਾਈਮ ਦਾਨੇਵਾਲੀਆ ਸਾਹਿਬ ਜਿਹੜੇ ਸਪੀਕਰ ਅਲਾਟ ਕਰਦੇ ਆ ਨਾ, ਉਹ ਕਿਸੇ ਪਾਰਟੀ ਦੀ ਸਟਰੈਂਥ ਕੀ ਆ ਉਹਦੇ ਆਧਾਰ ਤੇ ਹੀ ਹੁੰਦਾ ਬਿਲਕੁਲ। ਤੇ ਬੋਲਣਾ ਕੀ ਨੇ ਇਹ ਫੈਸਲਾ ਉਸ ਪਾਰਟੀ ਨੇ ਕਰਨਾ ਹੁੰਦਾ। ਉਹੀ ਦਿੰਦੇ ਜੀ ਸਾਡੇ ਆ ਬੰਦੇ ਬੋਲਣਗੇ ਜੀ। ਉਹ ਕਹਿੰਦਾ ਜੀ ਮੈਂ ਬੋਲਣਾ, ਤੇ ਸਪੀਕਰ ਸਾਹਿਬ ਕਹਿੰਦੇ ਵੀ ਤੁਸੀਂ ਸਪੀਕਰ ਰਹੇ ਹੋ ਤੇ ਜੇ ਮੈਂ ਇਸ ਤਰ੍ਹਾਂ ਟਾਈਮ ਦੇਣ ਲੱਗ ਗਿਆ, ਸਾਰਿਆਂ ਨੂੰ ਟਾਈਮ ਦੇਣ ਲੱਗ ਗਿਆ, ਤਾਂ ਫਿਰ ਇਹ ਖਤਮ ਕਿਵੇਂ ਹੋਊਗਾ? ਮਿੱਥੇ ਹੋਏ ਸਮੇਂ ਦੇ ਵਿੱਚ ਜਿਹੜਾ ਹੈਗਾ ਆਪਾਂ ਆਪਣਾ ਕਾਰੋਬਾਰ ਖਤਮ ਵੀ ਕਰਨਾ ਜੀ। ਔਰ ਇਹ ਜਿਹੜੀ ਬਿਜ਼ਨਸ ਕਮੇਟੀ ਹੈ, ਬਿਜ਼ਨਸ ਕਮੇਟੀ ਤੈਅ ਕਰਦੀ ਹੁੰਦੀ ਹੈ ਜੀ ਸੈਸ਼ਨ ਕਿੰਨਾ ਕਿਵੇਂ ਕੀ ਚੱਲਣਾ। ਇਹ ਗੱਲ ਹੋ ਨਹੀਂ ਸਕਦੀ ਜੀ। ਸੌਰੀ ਮੈਂ ਟਾਈਮ ਨਹੀਂ ਦੇ ਸਕਦਾ, ਮੇਰੀ ਹਾਲਤ ਬੜੀ ਮਾੜੀ, ਬਹੁਤ ਮਾੜੀ।
ਉਹਨੇ ਕਿਹਾ ਮੇਰੀ ਹਾਲਤ ਬੜੀ ਮਾੜੀ ਹੈ, ਮੈਂ ਚਾਹੁੰਦਾ ਵੀ ਤੁਹਾਨੂੰ ਟਾਈਮ ਦਿੱਤਾ ਜਾਵੇ, ਸਾਰਿਆਂ ਨੂੰ ਟਾਈਮ ਦਿੱਤਾ ਜਾਵੇ, ਪਰ ਮੈਂ ਵਿਧਾਇਕਾਂ ਨੂੰ ਟਾਈਮ ਨਹੀਂ ਦਿੱਤਾ, ਮੈਂ ਹੁਣ ਕੀ ਕਰਾਂ। ਉਹਨੇ ਪੁੱਛ ਲਿਆ ਵੀ ਮੈਂ ਹੁਣ ਕੀ ਕਰਾਂ, ਤੇ ਹੁਣ ਵਿਧਾਇਕ ਸਾਹਿਬ ਨੇ ਜੀ ਫਿਰ ਦੱਸਤਾ, ਚਾਹੇ ਰਮੇਸ਼ ਕੁਮਾਰ ਉਹਨਾਂ ਦਾ ਨਾਮ ਜੀ, ਜਿਹੜੇ ਸਾਬਕਾ ਆਪਣੇ ਹੈਗੇ ਸਪੀਕਰ ਵੀ ਹੈ, ਸੀਨੀਅਰ ਮਤਲਬ ਜਿਹੜੇ ਲੈਜਿਸਲੇਟਰ ਹੈ ਜੀ। ਉਹ ਕਹਿੰਦੇ ਜੀ ਗੱਲ ਇਹ ਹੈ ਕਿ ਜਦੋਂ ਬਲਾਤਕਾਰ ਹੋਣਾ ਹੋਵੇ, ਹੁੰਦਾ ਹੋਵੇ ਤੇ ਬਲਾਤਕਾਰ ਨੂੰ ਰੋਕਿਆ ਨਾ ਜਾ ਸਕੇ ਜੀ, ਫਿਰ ਕਹਿੰਦੇ ਵੀ ਉਹਦਾ ਆਨੰਦ ਲਓ। ਅੱਛਾ, ਵੈਨ ਯੂ ਕਾਂਟ ਅਵੋਇਡ ਰੇਪ ਬੈਟਰ ਇੰਜੋਏ ਇਟ। ਬਿਲਕੁਲ ਕਹਿੰਦੇ ਫਿਰ ਉਹਨੂੰ ਕਰੋ। ਤੇ ਉਹਨੇ ਸਪੀਕਰ ਨੇ ਇਹਦੇ ਤੇ ਇਤਰਾਜ਼ ਨਹੀਂ ਕੀਤਾ ਵੀ ਸ਼੍ਰੀਮਾਨ ਜੀ ਤੁਸੀਂ ਦੰਦੜੀਆਂ ਉਹਨਾਂ ਨੇ ਕੱਢ ਲਈਆਂ, ਕਹਿੰਦਾ ਹਾਂ ਮੈਂ ਵੀ ਇੰਜੋਏ ਕਰ ਰਿਹਾ, ਤੁਸੀਂ ਵੀ ਇੰਜੋਏ ਕਰੋ, ਆਪਾਂ ਇੰਜੋਏ ਕਰਦੇ ਹਾਂ। ਉਹ ਕਹਿੰਦਾ ਮੇਰੇ ਨਾਲ ਹੋ ਰਿਹਾ ਤੇ ਤੁਸੀਂ ਕਰ ਲਓ। ਹਾਂ, ਮਤਲਬ ਇਹ ਗੱਲ ਜਿਹੜੀ ਕਰ ਰਹੀ, ਵਿਧਾਨ ਸਭਾ ਹੋਵੇ, ਲੋਕ ਸਭਾ ਹੋਵੇ, ਰਾਜ ਸਭਾ ਹੋਵੇ, ਵਿਧਾਨ ਪਰਿਸ਼ਦ ਹੋਵੇ, ਇਹਨੂੰ ਅਸੀਂ ਕੀ ਕਹਿੰਦੇ ਆ, ਇਹ ਮੰਦਿਰ ਹੈ ਜੀ ਸਾਡਾ ਲੋਕਤੰਤਰ ਦਾ। ਜੀ ਜੀ, ਲੋਕਤੰਤਰ ਦੇ ਮੰਦਿਰ ਦੇ ਵਿੱਚ ਤੁਸੀਂ ਇਸ ਕਿਸਮ ਦੀਆਂ ਮਿਸਾਲਾਂ ਦਿਓ ਤਾਂ ਇਹਦਾ ਮਤਲਬ ਹੈ ਵੀ ਇਹ ਤਾਂ ਬਹੁਤ ਹੀ ਜਿਹੜੀ ਹੈਗੀ ਲੋਕਤੰਤਰ ਦਾ ਇੱਕ ਮਜ਼ਾਕ ਉਡਾਉਣ ਵਾਲੀ ਗੱਲ ਹੈ। ਔਰ ਚਲੋ ਕੋਈ ਕਈ ਵਾਰੀ ਪਹਿਲੀ ਵਾਰੀ ਵਿਧਾਇਕ ਬਣਿਆ ਵਾ, ਉਹਨੂੰ ਨਹੀਂ ਪਤਾ ਕਿਸੇ ਗੱਲ ਦਾ, ਕੋਈ ਉਹ ਪੁੱਠੀ ਸਿੱਧੀ ਗੱਲ ਕਹਿ ਦੇਵੇ, ਵੱਖਰੀ ਗੱਲ ਹੈ। ਜਿਹੜਾ ਬੰਦਾ ਸਪੀਕਰ ਰਿਹਾ ਉਹ ਤਾਂ ਕਿਤੇ ਵੀ ਆਸ ਨਹੀਂ ਕੀਤੀ ਜਾ ਸਕਦੀ। ਬਿਲਕੁਲ। ਉਹ ਤੋਂ ਬਾਅਦ ਜਦੋਂ ਰੌਲਾ ਪੈ ਗਿਆ, ਹੁਣ ਉਹਨਾਂ ਨੇ ਜੀ ਟਵੀਟ ਕਰਕੇ ਮੁਆਫੀ ਵੀ ਮੰਗ ਲਈ ਵੀ ਮੈਂ ਜੋ ਕੁਛ ਕਿਹਾ ਮੈਨੂੰ ਉਹਦੇ ਤੇ ਜਿਹੜੀ ਹੈਗੀ ਹੈ ਸ਼ਰਮ ਆਉਂਦੀ ਹੈ, ਮੈਂ ਮਾਫੀ ਮੰਗਦਾ ਜੀ। ਪਰ ਜਿਹੜੀ ਗੱਲ ਕਹਿੰਦੇ ਹੁੰਦੇ ਨੇ ਵੀ ਜ਼ੁਬਾਨ ਤੇ ਤੀਰ, ਜੀ ਜੀ, ਜਦੋਂ ਇੱਕ ਵਾਰੀ ਜ਼ੁਬਾਨ ਮੂੰਹ ਚੋਂ ਨਿਕਲ ਗਈ ਤੇ ਉਹ ਵਾਪਸ ਨਹੀਂ ਪੈਂਦੀ, ਤੇ ਕਮਾਨ ਚੋਂ ਤੀਰ ਛੁੱਟ ਗਿਆ ਵਾਪਸ ਨਹੀਂ ਪੈਂਦਾ। ਜਿਹੜੀ ਬਦਨਾਮੀ ਹੋਣੀ ਹੁੰਦੀ ਹੈ ਜੀ। ਕਾਂਗਰਸ ਪਾਰਟੀ ਕਿੰਨੀ ਪੁਰਾਣੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ, ਔਰ ਉਹਦੇ ਜਿਹੜੇ ਹੈਗੇ ਆ ਸਪੀਕਰ ਸਾਹਿਬ ਰਹੇ ਵੇ, ਇੱਕ ਵਿਧਾਇਕ ਹੈ, ਉਹਨੂੰ ਘੱਟੋ ਘੱਟ ਜਿਹੜੀ ਹੈਗੀ ਆ ਮਰਿਆਦਾ, ਜੀ ਜੀ, ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਸੀ। ਸੋ ਮਰਿਆਦਾ ਤਾਂ ਕੀ ਰੱਖਦੇ ਆ ਜੀ, ਪਰ ਉਧਰ ਕਹਿੰਦੇ ਜੇ ਤੁਹਾਨੂੰ ਪਤਾ ਵੀ ਆਪਣੇ ਜਿਹੜੀਆਂ ਆਹ ਮੈਟਰੋਮੈਨ ਕਹਿੰਦੇ ਸੀ ਜਿਹਨੇ ਦਿੱਲੀ ਦੇ ਵਿੱਚ ਮੈਟਰੋ ਦਾ ਜਾਲ ਵਿਛਾਇਆ, ਉਹਦਾ ਸ੍ਰੀ ਧਰਨ, ਉਹ ਕਹਿੰਦੇ ਮੇਰੀ ਤੌਬਾ ਮੈਂ ਰੱਜਿਆ ਕਹਿੰਦੇ ਸਿਆਸਤ ਤੋਂ। ਦਾਨੇਵਾਲੀਆ ਸਾਹਿਬ ਉਹਨਾਂ ਦੀ ਉਮਰ 95 ਸਾਲ ਹੈ ਤੇ ਬਹੁਤ ਵੱਡੀ ਦੇਣ ਹੈ ਦੇਸ਼ ਨੂੰ ਉਹਨਾਂ ਦੀ। ਮੇਰਾ ਖਿਆਲ ਹੈ ਵੀ ਦੇਸ਼ ਉਹਨਾਂ ਦੀ ਦੇਣ ਦਾ ਜਿਹੜੀ ਦੇਣ ਹੈ ਉਹਦਾ ਕਦੇ ਵੀ ਸਿਲਾ ਨਹੀਂ ਉਹਨਾਂ ਨੂੰ ਅਦਾ ਕਰ ਸਕਦਾ ਜੀ, ਆਪਾਂ ਉਹਦਾ ਕੁਝ ਨਹੀਂ ਕਰ ਸਕਦੇ। ਬਹੁਤ ਅੱਛਾ ਆਦਮੀ ਹੈ। ਲਓ ਜੀ, ਉਹਨੂੰ ਭਾਰਤੀ ਜਨਤਾ ਪਾਰਟੀ ਵਾਲੇ ਨੇ ਪਲੋਸ ਲਿਆ ਜੀ ਕਿ ਜੀ ਤੁਹਾਨੂੰ ਅਸੀਂ ਮੁੱਖ ਮੰਤਰੀ ਬਣਾ ਦਿਆਂਗੇ। ਅੱਛਾ ਜੀ। ਤੇ ਤੁਸੀਂ ਸਾਡੇ ਵੱਲੋਂ ਚੋਣ ਲੜ ਲਓ। ਵਿਚਾਰਾ ਇੰਜੀਨੀਅਰ ਸੀ ਜੀ, ਉਹਨੂੰ ਪਤਾ ਹੀ ਨਹੀਂ ਸੀ ਵੀ ਇਹਨਾਂ ਦਾ ਕਿੰਨਾ ਕੁਛ ਹੈ, ਤੇ ਜੀ ਉਹਨੂੰ ਕੇਰਲਾ ਦੇ ਵਿੱਚ ਮੁੱਖ ਮੰਤਰੀ ਦਾ ਅਹੁਦੇਦਾਰ ਬਣਾ ਕੇ, ਚਿਹਰਾ ਬਣਾ ਕੇ ਤੇ ਚੋਣ ਲੜਾਤੀ ਜੀ। ਉਸ ਚੋਣ ਦੇ ਵਿੱਚ ਜੀ ਭਾਰਤੀ ਜਨਤਾ ਪਾਰਟੀ ਨੇ ਤਾਂ ਹਾਰਨਾ ਸੀ, ਉਹ ਆਪ ਵੀ ਹਾਰ ਗਿਆ। ਆਪ ਵੀ ਹਾਰ ਗਿਆ ਤੇ ਹੁਣ ਉਹਨੇ ਅਚਨਚੇਤ ਕਰਤਾ ਐਲਾਨ ਕਿ ਮੈਂ ਸਰਗਰਮ ਸਿਆਸਤ ਤੋਂ ਰਿਟਾਇਰ ਹੋ ਰਿਹਾ। ਤੇ ਕਹਿੰਦਾ ਮੇਰੇ ਯਾਰ ਬਸ ਦਾ ਰੋਗ ਨਹੀਂ, ਮੈਂ ਤਾਂ ਗਲਤੀ ਕਰ ਬੈਠਾ। ਦਾਨੇਵਾਲੀਆ ਸਾਹਿਬ ਜਿਹੜੇ ਇਸ ਕਿਸਮ ਦੇ ਲੋਕ ਹੁੰਦੇ ਆ ਨਾ ਜੀ, ਜਿਨ੍ਹਾਂ ਨੇ ਕੋਈ ਨਾਂ ਕਮਾਇਆ ਹੁੰਦਾ ਹੈ, ਨਾ ਕਮਾ ਬੰਦਾ ਜ਼ਰੂਰ ਲੈਂਦਾ, ਲੇਕਿਨ ਜਿਹੜੀ ਉਹ ਕਮਾਈ ਨੂੰ ਸੰਭਾਲਣਾ ਬਹੁਤ ਔਖਾ। ਸਿਆਣੇ ਤਾਂ ਪਹਿਲੇ ਕਹਿੰਦੇ ਮਾਇਆ ਵੀ ਸੰਭਾਲਣੀ ਬੜੀ ਔਖੀ, ਕਮਾ ਤਾਂ ਲੈਣੇ ਤੁਸੀਂ। ਬਿਲਕੁਲ ਬਿਲਕੁਲ ਬਿਲਕੁਲ। ਹੁਣ ਇਹਨੂੰ ਜੇ ਆਪਾਂ ਦੇਖੀਏ, ਜਿਹੜੀ ਸ਼੍ਰੀ ਧਰਨ ਜੀ ਦੀ ਜਿਹੜੀ ਮਤਲਬ ਆਪਾਂ ਨੇ ਉਹਨਾਂ ਨੂੰ ਜਿਹੜੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤੇ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਪਿਆ। ਆਮ ਤੌਰ ਤੇ ਆਪਾਂ ਨੂੰ ਆਪਣੇ ਬਹੁਤ ਸਾਰੇ ਸੱਜਣੇ ਗੱਲ ਕਹਿੰਦੇ ਆ ਵੀ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ, ਕਿਸਾਨ ਯਾਰ ਬਹੁਤ ਵੱਡੀ ਗੱਲ, ਇਹਨਾਂ ਨੂੰ ਪਾਰਟੀ ਬਣਾ ਲੈਣੀ ਚਾਹੀਦੀ। ਜੀ ਜੀ, ਲੜਾਈ ਲੜਨੀ ਚਾਹੀਦੀ। ਤੇ ਹੁਣ ਗੱਲਾਂ ਵੀ ਹੋਣ ਲੱਗ ਗਈਆਂ ਕਿ ਕੁਛ ਕਿਸਾਨ ਆਗੂ ਜਿਹੜੇ ਹੈਗੇ ਆ ਉਹ ਆਪਣੇ ਪਰ ਤੋਲਣ ਲੱਗ ਗਏ ਜੀ। ਉਹਨਾਂ ਨੂੰ ਵੀ ਥੋੜੀ ਜਿਹੀ ਇਹ ਹੋ ਗਈ ਯਾਰ ਵੀ ਆਪਾਂ ਵੀ ਮੰਤਰੀ, ਮੁੱਖ ਮੰਤਰੀ ਕੁਛ ਇਹੋ ਜਿਹਾ ਜੇ ਬਣ ਜਾਈਏ। ਤੇ ਕੇਜਰੀਵਾਲ ਸਾਹਿਬ ਦੇ ਵਾਲੀ ਜਿਹੜੀ ਹੈਗੀ ਹੈ ਆਮ ਆਦਮੀ ਪਾਰਟੀ, ਉਹਨੇ ਹਾਲੇ ਤੱਕ ਮੁੱਖ ਮੰਤਰੀ ਦਾ ਚਿਹਰਾ ਐਲਾਨ ਨਹੀਂ ਕੀਤਾ ਜੀ। ਤੁਹਾਡੇ ਮੇਰੇ ਵਰਗੇ ਬਹੁਤ ਸਾਰੇ ਅੰਦਾਜ਼ਾ ਲਾ ਰਹੇ ਆ ਬੰਦੇ ਵੀ ਯਾਰ ਕਿਹਨੂੰ ਕਰਨਗੇ ਤੇ ਕੇਜਰੀਵਾਲ ਸਾਹਿਬ ਭਗਵੰਤ ਮਾਨ ਦੀ ਹਾਜ਼ਰੀ 'ਚ ਹੀ ਕਹਿ ਦਿੰਦੇ ਆ ਜੀ ਵੀ ਤੁਸੀਂ ਦੇਖਿਓ ਸਹੀ, ਮੈਂ ਇਹੋ ਜਿਹਾ ਚਿਹਰਾ ਦੇਵਾਂਗਾ ਤੁਸੀਂ ਹੈਰਾਨ ਰਹਿ ਜਾਓਗੇ। ਉਹ ਚਿਹਰਾ ਕਿਹੜਾ ਹੋਊਗਾ? ਤੇ ਜ਼ਿਆਦਾਤਰ ਮਤਲਬ ਹੈਗਾ ਲੋਕਾਂ ਦੀ ਨਜ਼ਰ ਜਿਹੜੀ ਹੈ ਰਾਜੇਵਾਲ ਸਾਹਿਬ ਤੇ ਜੀ, ਕਿ ਰਾਜੇਵਾਲ ਸਾਹਿਬ ਚਿਹਰਾ ਹੋ ਸਕਦੇ ਆ। ਆਪਾਂ ਬਹੁਤ ਛੋਟੇ ਬੰਦੇ ਆ, ਆਪਾਂ ਉਹਨਾਂ ਨੂੰ ਕੋਈ ਸਲਾਹ ਨਹੀਂ ਦੇ ਸਕਦੇ, ਲੇਕਿਨ ਫਿਰ ਵੀ ਜੇ ਆਪਾਂ ਸਥਿਤੀ ਦਾ ਮੁਲਾਂਕਣ ਕਰੀਏ ਤਾਂ ਇਹਦੇ 'ਚ ਮੈਂ ਇੱਕੋ ਮਿਸਾਲ ਦਿੰਦਾ ਹੁੰਦਾ ਜੀ। ਮਹਾਤਮਾ ਗਾਂਧੀ ਕਦੇ ਪੰਚਾਇਤ ਮੈਂਬਰ ਨਹੀਂ ਬਣੇ ਸੀ ਨਾ। ਮਹਾਤਮਾ ਗਾਂਧੀ ਦਾ ਕਤਲ ਕਿਹਨੇ ਕੀਤਾ ਸੀ ਜੀ? ਨੱਥੂਰਾਮ ਗੌਡਸੇ ਨੇ। ਨੱਥੂਰਾਮ ਗੌਡਸੇ ਕਿਸ ਵਿਚਾਰਧਾਰਾ ਦਾ ਬੰਦਾ ਸੀ? RSS ਦਾ ਮੈਂਬਰ ਰਿਹਾ ਸੀ। ਇਸ ਵੇਲੇ ਦੇਸ਼ ਦੇ ਵਿੱਚ ਜਿਨ੍ਹਾਂ ਲੋਕਾਂ ਦਾ ਰਾਜ ਹੈ ਜੀ, ਕੇਂਦਰ ਦੇ ਵਿੱਚ ਜਿਨ੍ਹਾਂ ਲੋਕਾਂ ਦਾ ਰਾਜ ਹੈ, ਉਹ ਵੀ RSS ਦੇ ਨਾਲ ਸੰਬੰਧਿਤ ਹੈ। ਲੇਕਿਨ ਕੋਈ ਵੀ ਫੰਕਸ਼ਨ ਹੋਵੇ, ਕੁਛ ਵੀ ਗੱਲਬਾਤ ਹੋਵੇ, ਅੰਦਰੋਂ ਭਾਵੇਂ ਜਿੰਨਾ ਮਰਜ਼ੀ ਹੈ ਨਫ਼ਰਤ ਕਰਦੇ ਹੁਣ ਮਹਾਤਮਾ ਗਾਂਧੀ ਨੂੰ, ਲੇਕਿਨ ਮਹਾਤਮਾ ਗਾਂਧੀ ਦਾ ਨਾਂ ਜ਼ਰੂਰ ਲੈਣਾ ਪੈਂਦਾ। ਮਜਬੂਰੀ ਲੈਣਾ ਪੈਂਦਾ ਜੀ। ਰਾਸ਼ਟਰਪਿਤਾ ਵੀ ਕਹਿਣਾ ਪੈਂਦਾ, ਸਾਰਾ ਕੁਛ ਵੀ ਕਹਿਣਾ ਪੈਂਦਾ। ਕਿਉਂ? ਕਿਉਂਕਿ ਉਹਨੇ ਚੋਣਾਂ ਵਾਲੇ ਮਾਮਲੇ 'ਚ ਪੰਗਾ ਨਹੀਂ ਲਿਆ ਸੀ ਜੀ ਜੀ। ਸ਼੍ਰੀ ਧਰਨ ਨੂੰ ਮੇਰਾ ਖਿਆਲ ਹੈ ਅਵਾਰਡ ਵੀ ਮਿਲਿਆ, ਭਾਰਤ ਰਤਨ ਪਤਾ ਨਹੀਂ ਮਿਲਿਆ ਕਿ ਨਹੀਂ ਮਿਲਿਆ, ਮੇਰਾ ਖਿਆਲ ਪਦਮ ਸ਼੍ਰੀ ਜ਼ਰੂਰ ਮਿਲਿਆ ਹੋਊ।
ਜਿਸ ਬੰਦੇ ਨੂੰ ਐਡਾ ਵੱਡਾ ਮਾਨ ਸਨਮਾਨ ਮਿਲਿਆ ਵਾ ਤੇ ਉਹਨੇ ਜਾ ਕੇ ਪੰਗਾ ਲੈ ਲਿਆ ਤੇ ਪੰਗਾ ਲਾ ਕੇ ਹਾਰਨ ਤੋਂ ਬਾਅਦ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ 95 ਸਾਲ ਦੀ ਉਮਰ ਜੀ ਜੀ ਜੀ। ਸੋ ਆਪਣੀ ਮੇਰੀ ਰਾਏ ਹੈ ਕਿ ਜਿਹੜੇ ਬੰਦੇ ਸੈਲੀਬ੍ਰਿਟੀ ਹੁੰਦੇ ਹੈ, ਜਿਹੜੇ ਬੰਦਿਆਂ ਨੇ ਸਮਾਜ ਸੇਵਾ ਦੇ ਵਿੱਚ ਕਿਸੇ ਥਾਂ ਦੇ ਉੱਤੇ ਜਾ ਕੇ ਲੜਾਈ ਲੜ ਕੇ ਆਪਣਾ ਨਾਂ ਕਮਾਇਆ ਹੁੰਦਾ ਹੈ ਜੀ। ਅੱਜ ਜੇ ਆਪਾਂ ਦੇਖੀਏ ਚਾਹੇ ਬਲਬੀਰ ਸਿੰਘ ਰਾਜੇਵਾਲਾ ਹੈ, ਜੋਗਿੰਦਰ ਸਿੰਘ ਉਗਰਾਹਾਂ ਹੈ ਜੀ, ਚਾਹੇ ਡਾਕਟਰ ਦਰਸ਼ਨਪਾਲ ਹੈ, ਜਿੰਨੇ ਵੀ ਕਿਸਾਨ ਆਗੂ ਆ 32 ਜਥੇਬੰਦੀਆਂ ਦੇ, ਰਕੇਸ਼ ਟਕੈਤ ਸਾਹਿਬ ਹੈ, ਉਹਨਾਂ ਦੀ ਜਿਹੜੀ ਇੱਜ਼ਤ ਤੇ ਸਤਿਕਾਰ ਜਿਹੜਾ ਹੈਗਾ ਮੇਰਾ ਖਿਆਲ ਹੈ ਕਿਸੇ ਮੰਤਰੀ ਤੋਂ ਮੁੱਖ ਮੰਤਰੀ ਤੋਂ ਘੱਟ ਨਹੀਂ ਵੱਧਦੀ ਹੈ ਉਹਨਾਂ ਦਾ। ਪੂਰਾ ਕਿੰਗ ਮੇਕਰ ਨੇ ਜੀ। ਰਕੇਸ਼ ਟਕੈਤ ਹੋਰਾਂ ਦੀ ਤਸਵੀਰ ਲਾਤੀ ਜੀ ਉਹਨਾਂ ਨੇ, ਜਯੰਤ ਚੌਧਰੀ ਨੇ ਤੇ ਅਖਿਲੇਸ਼ ਸਿੰਘ ਯਾਦਵ ਨੇ ਜੀ, ਤੇ ਪੇਸ਼ਕਸ਼ ਵੀ ਕਰਤੀ ਵੀ ਆਓ ਜੀ ਲੜ ਪਓ, ਆਓ ਅਸੀਂ ਤੁਹਾਨੂੰ ਦਿੰਦੇ ਹਾਂ, ਤੇ ਉਹਨੇ ਬੜੀ ਹੰਬਲੀ ਰਿਫਿਊਜ਼ ਕਰਤਾ। ਅੱਛਾ ਇਦਾਂ ਹੀ ਉਹ ਕਹਿੰਦਾ ਵੀ ਨਹੀਂ, ਸੰਯੁਕਤ ਕਿਸਾਨ ਮੋਰਚਾ ਆਪਣੇ ਤੌਰ ਤੇ ਫੈਸਲਾ ਲਊ ਚੋਣਾਂ ਲੜਨੀਆਂ ਕਿ ਨਹੀਂ ਲੜਨੀਆਂ, ਲੇਕਿਨ ਪੰਜਾਬ ਦੀਆਂ ਜਥੇਬੰਦੀਆਂ ਦੇ ਵਿੱਚ ਮਤਭੇਦ ਹੈ ਜੀ ਜੀ ਇਸ ਮੁੱਦੇ ਨੂੰ ਲੈ ਕੇ, ਉਹ ਇੱਕ ਮਤ ਨਹੀਂ। ਅਸੀਂ ਫੈਸਲਾ ਮੈਂ ਉਸੇ ਤੇ ਅਮਲ ਕਰ ਸਕਦਾ ਜਿੱਥੇ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਮਤ ਹੋਣ। ਜੀ ਜੀ, ਇਹਨੂੰ ਕਹਿੰਦੇ ਆ ਸਿਆਣਪ। ਜੇ ਆਪਾਂ ਰਕੇਸ਼ ਟਕੈਤ ਦੀ ਗੱਲ ਦੇਖੀਏ, ਰਕੇਸ਼ ਟਕੈਤ ਹੋਰਾਂ ਦਾ ਕੱਦ ਵੀ ਜੀ ਸਾਡੇ ਪੰਜਾਬ ਵਾਲੇ ਲੀਡਰਾਂ ਤੋਂ ਘੱਟ ਨਹੀਂ, ਬਹੁਤ ਉੱਚਾ ਹੈ। ਅੱਜ ਦੀ ਘੜੀ ਤਾਂ ਦੇਖੋ ਹਾਜ਼ਰ ਜਵਾਬੀ ਮੀਡੀਆ ਦੇ ਵਿੱਚ ਜੇ ਅੰਜਨਾ ਕਸ਼ਮ ਨੂੰ ਵਾਹ ਨਹੀਂ ਪਾਇਆ ਤਾਂ ਉਸੇ ਬੰਦੇ ਨੇ ਪਾਇਆ। ਹਾਂਜੀ ਹਾਂਜੀ, ਹਾਂ, ਡਲਿਆਂ ਵਿੱਚ ਦੀ ਟਪਾਇਆ, ਪਲਾਓ ਕੀਤੇ ਸਾਡੇ ਆਪਣੇ ਇੱਧਰ ਤਾਂ ਪਲਾਓ ਕਰਦੇ ਨਾ ਗਿੱਲੀ ਜ਼ਮੀਨ ਨੂੰ ਦੁਆਬੇ ਮਾਝੇ ਗੰਨੀ, ਆਪਣੇ ਇੱਧਰ ਕਰਦੇ ਡਲਿਆਂ ਵਾਲੇ ਡਲੇ ਖਾ ਦਿੰਦੇ ਆ। ਤੇ ਕਹਿੰਦੇ ਨਾ ਜਦੋਂ ਸੁੱਕੀ ਜਦੋਂ ਪੜਦੇ ਤੇ ਉੱਥੇ ਕਹਿੰਦੇ ਕਹਾਵਤ ਵੀ ਜੇ ਕੋਈ ਘੋੜੀ ਵਾਲੀ ਤੰਗ ਕਰਦੀ ਹੋਵੇ ਨਾ ਤੇ ਨਾ ਨਿਕਲਦੀ ਹੋਵੇ ਹੈ ਨਹੀਂ, ਤੇ ਫਿਰ ਉਹਨੂੰ ਕਹਿੰਦੇ ਹੁੰਦੇ ਵੀ ਉਹ ਡਲਿਆਂ ਵਾਲੇ ਬਾਣ ਬੀਜਦੀ ਕਰ ਲਿਓ। ਹਾਂਜੀ, ਹਾਲੇ ਕੱਢੋ ਸੋ ਚਾਲ ਕੱਢਦੇ ਆ ਫਿਰ ਉਹਦੀ। ਸੋ ਚਲੋ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਤੁਹਾਡਾ ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹਿਣਗੇ। ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ।